ਜਦੋਂ ਕੋਈ ਬੰਦਾ ਸਟੇਟ ਦੇ ਖਿਲਾਫ ਲੜਾਈ ਲੜਦਾ ਤੇ ਸਟੇਟ ਕਦੇ ਵੀ ਉਹਨੂੰ ਬਰਦਾਸ਼ਤ ਨਹੀਂ ਕਰਦੀ, ਭਾਵੇਂ ਕਿ ਉਹ ਲੜਾਈ ਹਥਿਆਰਬੰਦ ਹੋਵੇ ਜਾਂ ਉਹ ਤੁਹਾਡੀ ਵਿਚਾਰਾਂ ਦੀ ਹੋਵੇ, ਭਾਵੇਂ ਉਹ ਕੋਟਾਂ ਦੀ ਹੋਵੇ। ਹਾਂਜੀ। ਜਦੋਂ ਸਾਨੂੰ ਕੋਈ ਨੁਮਾਇੰਦਗੀ ਮਿਲ ਜਾਂਦੀ ਹੈ ਤੇ ਅਸੀਂ ਆਪਣੀ ਉਸ ਕੁਰਸੀ ਨੂੰ ਬਚਾਉਣ ਦੇ ਲਈ ਅਸੀਂ ਆਪਣੇ ਭਰਾਵਾਂ ਨੂੰ ਛੱਡ ਜਾਂਦੇ ਹਾਂ। ਇਹ ਬਹੁਤ ਜਿਹੜੀ ਗੱਲ ਸੱਚੀ ਹੈ, ਕੌੜੀ ਹੈ। ਲੋਕਾਂ ਦੇ ਜਿਹੜੇ ਘਰ ਨੇ ਅੱਜ ਵੀ ਉਹ ਇਸ ਸਥਿਤੀ 'ਚ ਰਹਿ ਰਹੇ ਨੇ ਕਿ ਜਦੋਂ ਮੀਂਹ ਪੈਂਦਾ ਮੰਜੀ ਨੂੰ ਕਦੇ ਸੱਜੇ ਕਰਦੇ ਨੇ, ਕਦੇ ਖੱਬੇ ਕਰਦੇ ਨੇ, ਕਦੇ ਜਿਹੜਾ ਹੈਗਾ ਪੇਟੀ ਨੂੰ ਪਾਣੀ ਤੋਂ ਬਚਾਉਣ ਦੇ ਲਈ ਅੱਜ ਵੀ ਪ੍ਰਾਂਤਾਂ ਰੱਖਦੇ ਨੇ ਵਿਚਾਰੇ। ਉਹ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਾਡੇ ਗਰੀਬ ਵਰਗ ਨੂੰ, ਦਲਿਤ ਵਰਗ ਨੂੰ ਕਦੇ ਆਪਣੇ ਏਜੰਡੇ ਤੇ ਹੀ ਨਹੀਂ ਲਿਆ। ਇਹ ਗੱਲ ਸੱਚੀ ਹੈ। ਪਬਲਿਕ ਵਾਇਸ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਕਿਸੇ ਐਸੀ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਹੈ ਜਿਹੜਾ ਉਹ ਰਿਹਾ ਹੁੰਦਾ ਹੈ, ਜਿਵੇਂ ਕਿ ਰਾਜਨੀਤੀ, ਸਾਹਿਤ ਜਾਂ ਖੇਡ ਕਲਚਰ ਦੇ ਵਿੱਚ। ਅਸੀਂ ਜਿਸ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਉਹਨਾਂ ਬਾਰੇ ਮੈਂ ਥੋੜ੍ਹੀ ਜਿਹੜੀ ਭੂਮਿਕਾ ਦੇ ਵਿੱਚ ਇਹ ਦੱਸਣਾ ਚਾਹਾਂਗਾ ਕਿ ਹੋਂਦ ਚਿੱਲੜ ਜਿਹੜਾ ਕਿ ਪੰਜਾਬ ਪੱਧਰ ਤੇ ਹੀ ਨਹੀਂ, ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਉਹਦੀ ਬਹੁਤ ਜ਼ਿਆਦਾ ਸੀ ਜਿਹੜੀ ਚਰਚਾ ਹੋਈ। ਜਿਹੜਾ ਹੋਂਦ ਚਿੱਲੜ ਕੇਸ ਸੀ ਉਸ ਬਾਰੇ ਤੇ ਉਸ ਨੂੰ ਇਨਸਾਫ ਦਿਵਾਉਣ ਬਾਰੇ ਜਿਹੜੀ ਸ਼ਖਸੀਅਤ ਨੇ ਬਹੁਤ ਲੰਬੀ ਲੜਾਈ ਲੜੀ ਤੇ ਬਾਅਦ ਵਿੱਚ ਉਹਨਾਂ ਨੇ ਲੋਕਾਂ ਦੀ ਸੇਵਾ ਲਈ ਰਾਜਨੀਤੀ ਦਾ ਜਿਹੜਾ ਰਸਤਾ ਵੀ ਉਹ ਚੁਣਿਆ। ਅੱਜ ਕੱਲ੍ਹ ਉਹ ਹਲਕਾ ਪੈਲ ਦੇ ਵਿੱਚ MLA ਬਤੌਰ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ। ਮੇਰੀ ਮੁਰਾਦ ਹੈ ਮਨਵਿੰਦਰ ਸਿੰਘ ਗਿਆਸਪੁਰਾ ਜੀ। ਸਰ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਸ਼ੁਰੂ ਕਰੀਏ। ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ, ਵੈਸੇ ਤਾਂ ਤੁਹਾਨੂੰ ਸਾਰਾ ਪੰਜਾਬ ਲਗਭਗ ਜਾਣਦਾ ਹੀ ਆ, ਅਸੀਂ ਚਾਹੁੰਦੇ ਹਾਂ ਵੀ ਜਿਹੜੀ ਥੋੜ੍ਹੀ ਜਿਹੀ ਆਪਣੇ ਬਾਰੇ ਜਿਹੜੀ ਬਰੀਫ ਜਾਣਕਾਰੀ ਆ ਸਾਡੇ ਦਰਸ਼ਕਾਂ ਨਾਲ ਜਿਹੜੀ ਥੋੜ੍ਹੀ ਸਾਂਝੀ ਕਰੋ ਜੀ। ਦੇਖੋ, ਮੈਂ ਗਿਆਸਪੁਰੇ ਬੜੇ ਗਰੀਬ ਘਰ ਵਿੱਚ ਜਨਮ ਲਿਆ ਤੇ ਮਾਂ ਪਿਓ ਨੇ ਪੜ੍ਹਾ ਕੇ ਹਾਂਜੀ ਮੈਂ ਗੁੜਗਾਉਂ ਇੱਕ ਮਲਟੀਨੈਸ਼ਨਲ ਕੰਪਨੀ ਉਹਦੇ ਵਿੱਚ ਬਤੌਰ GM ਨੌਕਰੀ ਕਰਦਾ ਸੀ। ਹਾਂਜੀ। ਬੜੀ ਵਧੀਆ ਜ਼ਿੰਦਗੀ ਚੱਲ ਰਹੀ ਸੀ। ਬੱਚੇ ਉੱਥੇ ਗੁੜਗਾਉਂ ਹੀ ਪੜ੍ਹ ਰਹੇ ਸੀ, ਪਰਿਵਾਰ ਸਾਰਾ ਉੱਥੇ ਹੀ ਸੀ। ਹਾਂਜੀ। ਤੇ ਉੱਥੇ ਇੱਕ ਘਟਨਾ ਘਟੀ 21 ਜਨਵਰੀ 2011 ਨੂੰ ਕਿ ਇੱਕ ਟਰੱਕ ਡਰਾਈਵਰ ਜਿਹੜਾ ਕਿ ਮੇਰੇ ਦਫ਼ਤਰ ਦੇ ਵਿੱਚ ਆਇਆ ਤੇ ਮੈਂ ਉਹਨੂੰ ਸਹਿਜ ਸੁਭਾਏ ਕਹਿ ਤਾ ਕਿ ਕਿੱਧਰ ਮੂੰਹ ਚੱਕਿਆ, ਤੇ ਉਹਨੂੰ ਇਸ ਗੱਲ ਦਾ ਗੁੱਸਾ ਲੱਗਿਆ ਤੇ ਉਹਨੇ ਇੱਕੋ ਸਾਹੇ ਕਿਹਾ कि यहाँ इसी दफ्तरों में बैठ के ही बातें बना सकते हो। जब इंदिरा कुमारा हमारे गांव के पास एक गांव था, उस गांव के सभी सरदारों को जिंदा जला दिया। इतने साल हो गए, किसी ने पाँव तक तो डाला नहीं, उनका अंतिम क्रियाक्रम तक तो किया नहीं, बातें करते हो बड़ी बड़ी। हाँ जी। ਤੇ ਮੇਰੇ ਦਿਮਾਗ 'ਚ ਗੱਲ ਆਈ ਕਿ ਯਾਰ ਇਹ ਗੱਲ ਕੀ ਕਰ ਰਿਹਾ ਹੈ, ਕਿਉਂਕਿ ਅਸੀਂ ਤਾਂ ਉਦੋਂ ਤੱਕ ਸੁਣਿਆ ਸੀ ਕਿ ਜਿਹੜਾ 84 ਦਾ ਕਤਲੇਆਮ ਆ ਉਹ ਸਿਰਫ ਦਿੱਲੀ 'ਚ ਹੋਇਆ ਸੀ। ਹਾਂਜੀ। ਕੀ ਇਹ ਕੋਈ ਨਵੇਕਲੀ ਜਗ੍ਹਾ? ਮੈਂ ਉਹਨੂੰ ਪੁੱਛਿਆ ਕਿ ਅੱਜ ਵੀ ਘਰ ਉਵੇਂ ਖੜੇ ਆ? ਕਹਿੰਦੇ ਹਾਂ, ਅੱਜ ਵੀ ਵੈਸੇ ਕਿ ਵੈਸੇ ਖੜੇ ਆ। ਹਾਂਜੀ। ਮੈਂ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਦਾ ਕੰਮ ਸੀ ਉਹ ਕਰਵਾਇਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਬੁਲਾ ਕੇ ਉਸ ਜਗ੍ਹਾ ਦਾ ਐਡਰੈਸ ਲਿਆ। ਨੈਕਸਟ ਡੇ ਮੈਂ ਜਦੋਂ ਉਸ ਪਿੰਡ ਦੇ ਵਿੱਚ ਗਿਆ ਤਾਂ ਕੀ ਦੇਖਦਾ ਕਿ ਉੱਥੇ ਹਵੇਲੀਆਂ ਖੜੀਆਂ ਨੇ ਪਰ ਕੋਈ ਵਸਦਾ ਨਹੀਂ। ਹਾਂਜੀ। ਇੱਕ ਜਗ੍ਹਾ ਦੇ ਉੱਤੇ ਲਿਖਿਆ ਸੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅੰਦਾਜ਼ਾ ਲਾਇਆ ਕਿ ਸ਼ਾਇਦ ਇਹ ਗੁਰੂ ਘਰ ਹੋਏਗਾ। ਨੇੜੇ ਖੂਹ ਸੀ, ਸਾਰਿਆਂ ਨੂੰ ਜਾਲ ਕੇ ਖੂਹ 'ਚ ਸਿੱਟ ਦਿੱਤਾ ਗਿਆ ਸੀ। ਹਾਂਜੀ। ਤੇ ਇਹ ਜਿਹੜੀ ਸੀਗੀ ਇਹਨੂੰ ਬੜੀ ਇੱਕ ਦਰਦਨਾਕ ਉਹ ਇੱਕ ਘਟਨਾ ਸੀ ਜਿਹੜੀ ਕਿ ਨਵੰਬਰ 1984 ਨੂੰ ਵਾਪਰੀ ਸੀ। ਹਾਂਜੀ। ਤੇ ਇਹਦਾ ਮੈਂ ਫਿਰ ਪਤਾ ਕਰਦਾ ਪਿੰਡ ਦੇ ਵਿੱਚ ਜਾ ਕੇ ਵੀ ਪਤਾ ਕੀਤਾ ਤੇ ਉਦੋਂ ਮੇਰੀ ਗੱਡੀ ਦਾ ਸ਼ੀਸ਼ਾ ਵੀ ਉੱਥੇ ਤੋੜ ਦਿੱਤਾ ਗਿਆ, ਥ੍ਰੈਟ ਵੀ ਹੋਈ। ਤੇ ਕਿਵੇਂ ਨਾ ਕਿਵੇਂ ਇਸ ਚੀਜ਼ ਦੀ ਜਿਹੜੀ ਪੁਰਾਣੀ ਸੀ FIR ਜਿਹੜੀ ਆ ਉਹ ਕਲੈਕਟ ਕੀਤੀ ਤੇ ਪਤਾ ਲੱਗਾ ਕਿ 2 ਨਵੰਬਰ 1984 ਨੂੰ ਪੂਰੇ ਦੇ ਪੂਰੇ ਪਿੰਡ ਦੇ ਲੋਕਾਂ ਨੂੰ ਮਾਰ ਕੇ ਖੂਹ ਦੇ ਵਿੱਚ ਛੱਡ ਦਿੱਤਾ ਗਿਆ ਸੀ, ਅੱਧ ਜਲੀਆਂ ਲਾਸ਼ਾਂ ਨੂੰ। ਹਾਂਜੀ। ਤੇ ਫਿਰ ਇਸ ਗੱਲ ਦਾ ਮੈਂ ਇੱਕ ਆਰਟੀਕਲ ਦੇ ਰੂਪ ਦੇ ਵਿੱਚ ਨਿਊਜ਼ ਪੇਪਰਾਂ ਦੇ ਵਿੱਚ ਤੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਸਪਰੈਡ ਕੀਤਾ। ਹਾਂਜੀ। ਤੇ ਕਾਫੀ ਜ਼ਿਆਦਾ ਮੈਨੂੰ ਉੱਥੇ ਸਪੋਰਟ ਮਿਲੀ ਤੇ
ਬਹੁਤ ਜਿਹੜਾ ਹੈਗਾ ਮੀਡੀਆ ਨੇ ਮੇਰੇ ਨਾਲ ਉਸ ਟਾਈਮ ਟੱਚ ਕੀਤਾ। ਹਾਂਜੀ। ਤੇ ਫਿਰ ਅਸੀਂ ਜਿਵੇਂ ਉਹਨੇ ਇੱਕ ਤਾਨਾ ਮਾਰਿਆ ਸੀ ਕਿ ਉਹਨਾਂ ਦਾ ਅੰਤਮ ਕਿਰਿਆ ਕਰਮ ਨਹੀਂ ਹੋਇਆ, ਹਾਂਜੀ। ਤੇ ਫਿਰ ਉਹ ਇੱਕ ਸਿੱਖੀ ਵਿਧਾਨਾਂ ਦੇ ਅਨੁਸਾਰ ਵੀ ਅਸੀਂ ਉਸੇ ਜਗ੍ਹਾ ਦੇ ਉੱਤੇ ਮਾਰਚ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਗਿਆ, ਉਸੇ ਜਗ੍ਹਾ ਦੇ ਉੱਤੇ 3 ਮਾਰਚ ਹਾਂਜੀ 2011 ਨੂੰ। ਤੇ ਉਸੇ ਦਿਨ ਹੀ ਤੁਸੀਂ ਦੇਖੋ ਕਿ ਮੈਨੂੰ ਡਰਾਉਣ ਦੇ ਲਈ ਮੇਰੇ ਘਰ ਦੇ ਵਿੱਚ ਬਹੁਤ ਵੱਡੀ ਚੋਰੀ ਹੋਈ ਹਾਂਜੀ ਤੇ ਕਾਫੀ ਸਾਰੇ ਹਮਲਿਆਂ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪਿਆ। ਪਰ ਉਸ ਪਰਮਾਤਮਾ ਦੇ ਉੱਤੇ ਅਟੱਲ ਵਿਸ਼ਵਾਸ ਦੇ ਨਾਲ ਉਹ ਲੜਾਈ ਨੂੰ ਅੱਗੇ ਵਧਦੇ ਗਏ। ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਉੱਥੇ ਦਾ ਸਮਾਗਮ ਖਤਮ ਕਰਕੇ ਜਦੋਂ ਮੈਂ ਵਾਪਸ ਜੌਬ 'ਤੇ ਜੁਆਇਨ ਕੀਤਾ ਤਾਂ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਹਾਂਜੀ। ਤੇ ਉੱਥੇ ਛੋਟੇ ਜਿਹੇ ਏਰੀਏ ਦੇ ਵਿੱਚ ਹੀ ਜੇ ਆਪਾਂ ਦੇਖੀਏ, ਹੋਂਦ ਚਿੱਲੜ, ਗੜਗਾਉਂ, ਪਟੌਦੀ, ਇੱਥੇ 79 ਸਿੱਖਾਂ ਨੂੰ ਜਿਉਂਦੇ ਸਾੜ ਕੇ ਮਾਰ ਦਿੱਤਾ ਗਿਆ ਸੀ। ਔਰ ਇੱਥੋਂ ਤੱਕ ਕਿ ਹੋਂਦ ਚਿੱਲੜ ਦੇ ਵਿੱਚ ਕੀ ਕਰਦੇ ਸੀ ਕਿ ਉਹਨਾਂ ਨੇ ਪੂਰੇ ਪਿੰਡ ਸੀ ਛੋਟਾ ਜਿਹਾ, ਉਹ ਪਿੰਡ ਨੂੰ ਪੂਰੇ ਨੂੰ ਘੇਰ ਲਿਆ। ਘੇਰ ਕੇ ਜਿਹੜੇ ਉਹਨਾਂ ਦੇ ਆਲੇ ਦੁਆਲੇ, ਕਿਉਂਕਿ ਉਹ ਸਾਰੇ ਖੇਤੀ ਦਾ ਕੰਮ ਕਰਦੇ ਸੀ, ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਸੀ, ਤੇ ਉਹਨਾਂ ਦੇ ਤੂੜੀ ਦੇ ਕੁੱਪਾਂ ਨੂੰ ਅੱਗ ਲਾਤੀ ਤੇ ਲੋਕ ਡਰ ਕੇ ਅੰਦਰ ਜਾ ਵੜੇ। ਤੇ ਅੰਦਰ ਫਿਰ ਉਹਨਾਂ ਦੀਆਂ ਛੱਤਾਂ ਪਾੜ ਕੇ ਅੰਦਰ ਜਲਣਸ਼ੀਲ ਪਦਾਰਥ ਸੁੱਟ ਕੇ ਉਹਨਾਂ ਨੂੰ ਅੰਦਰੋਂ ਅੰਦਰ ਹੀ ਜਾਲਣ ਦੀ ਕੋਸ਼ਿਸ਼ ਕਰਦੇ ਸੀ। ਜਦੋਂ ਅੰਦਰ ਅੱਗ ਲੱਗਦੀ ਸੀ ਲੋਕ ਬਾਹਰ ਨੂੰ ਭੱਜਦੇ ਸੀ, ਬਾਹਰ ਉਹ ਡਾਂਗਾ ਲੈ ਕੇ ਖੜੇ ਹੁੰਦੇ ਸੀ ਤੇ ਉਹ ਡਾਂਗਾ ਨਾਲ ਕੁੱਟਦੇ ਸੀ ਤੇ ਲੋਕ ਫਿਰ ਅੰਦਰ ਨੂੰ ਭੱਜਦੇ ਸੀ। ਇੱਕ 2 ਸਾਲ ਦਾ ਬੱਚਾ ਉਹਨਾਂ ਦੇ ਹੱਥ ਆ ਜਾਂਦਾ ਤੇ ਉਹਨੂੰ ਲੱਤੋਂ ਫੜ ਕੇ ਕੰਧੇ ਨਾਲ ਪਟਕਾ ਕੇ ਉੱਥੇ ਸ਼ਹੀਦ ਕਰ ਦਿੱਤਾ ਜਾਂਦਾ। ਇੱਦਾਂ ਦੀਆਂ ਬਹੁਤ ਸਾਰੀਆਂ ਦਰਦਨਾਕ ਜਿਹੜੀਆਂ ਉੱਥੇ ਸਟੋਰੀਆਂ ਨੇ, ਜਿਹੜੀਆਂ ਕਿ ਅਸੀਂ ਜਾ ਕੇ ਕਮਿਸ਼ਨ ਦੇ ਮੂਹਰੇ ਰੱਖੀਆਂ, ਜਸਟਿਸ TP ਗਰਗ ਕਮਿਸ਼ਨ ਦੇ ਕੋਲੇ। ਲਗਾਤਾਰ ਅਸੀਂ ਜਦੋਂ ਉੱਥੋਂ ਮੈਂ ਤੁਹਾਨੂੰ ਦੱਸਿਆ ਕਿ ਨੌਕਰੀ ਤੋਂ ਕੱਢ ਦਿੱਤਾ ਤੇ ਫਿਰ ਅਸੀਂ ਕਿਹਾ ਵੀ ਸ਼ਾਇਦ ਪ੍ਰਮਾਤਮਾ ਨੇ ਮੈਨੂੰ ਇਹਨਾਂ ਜਿਹੜੇ ਇਹ ਲੋਕ ਨੇ ਇਹਨਾਂ ਦੀ ਲੜਾਈ ਲੜਨ ਦੇ ਲਈ ਹੀ ਸ਼ਾਇਦ ਫ੍ਰੀ ਕੀਤਾ ਹੋਵੇ। ਫਿਰ ਇੱਕ ਹਾਈ ਕੋਰਟ ਦੇ ਵਿੱਚ ਗਏ, 38-21 ਰਿਟ ਪਾਈ ਗਈ ਔਰ ਇੱਕ ਕਮਿਸ਼ਨ ਬਣਿਆ ਜਸਟਿਸ TP ਗਰਗ ਕਮਿਸ਼ਨ, ਜਿਹਦੇ ਕਿ ਲਗਾਤਾਰ 6-7 ਸਾਲ ਜਿਹੜਾ ਹੈਗਾ ਹਿਸਾਰ ਤਰੀਕਾ ਪੈਂਦੀਆਂ ਰਹੀਆਂ, ਸਾਰੇ ਪੀੜਤਾਂ ਨੂੰ ਲੈ ਕੇ ਹਿਸਾਰ ਜਾਂਦੇ ਰਹੇ। ਤੇ ਆਖਰ ਜਿਹੜਾ ਉਹ ਕਮਿਸ਼ਨ ਸੀ ਉਹਨੇ ਆਪਣੀ ਰਿਪੋਰਟ ਦਿੱਤੀ ਤੇ ਉਹਨਾਂ ਪੀੜਤਾਂ ਨੂੰ 22 ਕਰੋੜ 60 ਲੱਖ ਰੁਪਈਆ ਜਿਹੜਾ 2017 ਦੇ ਵਿੱਚ ਸਾਰੇ ਪੀੜਤਾਂ ਨੂੰ ਮਿਲਿਆ। ਔਰ ਮੈਂ ਸਮਝਦਾ ਕਿ ਹੁਣ ਤੱਕ ਚਾਹੇ ਦਿੱਲੀ ਲਾ ਲਓ, ਹੋਰ ਜਿਹਨੇ ਵੀ ਜਗ੍ਹਾ ਦੇ ਉੱਤੇ ਇੱਦਾਂ ਦਾ ਇਨਸੀਡੈਂਟ ਹੋਇਆ, ਸਭ ਤੋਂ ਵੱਧ ਮਿਲਣ ਵਾਲੀ ਰਾਸ਼ੀ ਹੈ। ਹੋਂਦ ਚਿੱਲੜ ਦੇ ਜਿਹੜੇ ਮਾਰੇ ਗਏ ਲੋਕ ਸੀ, ਪਰ ਪਰਿਵਾਰ 25 ਲੱਖ ਰੁਪਈਆ ਮਿਲਿਆ ਤੇ ਗੁੜਗਾਉਂ ਦੇ ਵਿੱਚ ਮਾਰੇ ਗਏ ਲੋਕਾਂ ਨੂੰ 20 ਲੱਖ ਰੁਪਈਆ ਮਿਲਿਆ। ਤੇ 4 ਜਿਹੜੇ ਵੱਡੇ ਅਫਸਰ ਸੀ, SP ਸਤਿੰਦਰ ਕੁਮਾਰ, DSP ਰਾਮ ਭੱਜ, SI ਰਾਮ ਕਿਸ਼ੋਰ ਤੇ ਰਾਮ ਕੁਮਾਰ, ਇਹਨਾਂ ਦੇ ਖਿਲਾਫ ਬੜੀਆਂ ਸਖਤ ਜੱਜਮੈਂਟ ਜਿਹੜੀਆਂ ਸੀਗੀਆਂ ਉਹ ਜਸਟਿਸ TP ਗਰਗ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਦਿੱਤੀਆਂ। ਤੇ ਜਿਨ੍ਹਾਂ ਦੇ ਖਿਲਾਫ ਅੱਜ ਵੀ ਜਿਹੜੀ ਹੈਗੀ ਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਜਿਹੜਾ ਹੈਗਾ ਉਹ ਚੱਲਿਆ, ਮਨਵਿੰਦਰ ਸਿੰਘ ਵਰਸਸ ਸਟੇਟ ਆਫ ਹਰਿਆਣਾ ਤੇ ਅਦਰਸ ਦੇ ਨਾਂ ਦੇ ਉੱਤੇ ਕੋਈ ਵੀ ਜਾਣਾ ਜਿਹੜਾ ਜਾ ਕੇ ਸਾਈਟ ਦੇ ਉੱਤੇ ਦੇਖ ਸਕਦਾ। ਤੇ ਅੱਜ ਵੀ ਜਿਹੜੀ ਉਹ ਲੜਾਈ ਹੈ ਜਾਰੀ ਹੈ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਅਸੀਂ ਆਪਣੀ ਜੰਗ ਜਾਰੀ ਰੱਖਾਂਗੇ, ਕਿਉਂਕਿ ਲੰਬੀ ਜਿਹੜੀ ਜੰਗ ਹੈ ਉਹ ਸਾਡੇ ਜਿਹੜੇ ਬਾਹਰ ਵਸਦੇ ਭਰਾ ਨੇ ਉਹ ਤਾਂ ਹੀ ਅਸੀਂ ਹੋ ਸਕਦੇ ਹਾਂ ਜੇ ਅਸੀਂ ਉਸ ਮੋੜ ਦੇ ਵਿੱਚ ਹੋਈਏ ਕਿ ਸਾਡੇ ਅਗਰ ਕਿਤੇ ਵੀ ਸਾਡੇ ਪੰਜਾਬੀ ਨੂੰ, ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹੜੇ ਉੱਥੇ ਦੇ ਵਸਣ ਵਾਲੇ ਸੀ ਸਾਰੇ ਉਹ ਪੰਜਾਬੀ ਬੋਲਦੇ ਸੀ। ਇਹ ਨਹੀਂ ਸੀ ਕਿ ਸਾਰੇ ਹੀ ਵੀ ਅੰਮ੍ਰਿਤਧਾਰੀ ਗੁਰਸਿੱਖ ਇੱਦਾਂ ਦੇ ਸੀ, ਇੱਦਾਂ ਨਹੀਂ ਸੀ। ਤੇ ਕਿਸੇ ਦਾ ਨਾਮ ਗੁੱਡੀ ਦੇਵੀ ਆ, ਕਿਸੇ ਦਾ ਨਾਮ ਤੁਸੀਂ ਦੇਖਦੇ ਹੋ, ਚੈੱਕ ਕਰੋਗੇ ਤੇ ਤੁਹਾਨੂੰ ਇੱਦਾਂ ਦੇ ਨਾਮ ਵਾਲੇ ਮਿਲਣਗੇ। ਤੇ ਉਹ ਸਿਰਫ ਤੇ ਸਿਰਫ ਉਹਨਾਂ ਨੇ ਦੇਖਿਆ ਕਿ ਪੰਜਾਬੀ ਬੋਲਦਾ ਹੈ, ਕੋਈ ਉਹਨੂੰ ਇਹ ਨਹੀਂ ਦੇਖਿਆ ਵੀ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਹੈ, ਕੌਣ ਹੈ, ਕੀ ਨਹੀਂ ਹੈ। ਕਈ ਕਾਂਗਰਸ ਦੇ ਵਿੱਚ ਵੀ ਹੋਣਗੇ ਤੇ ਉਹ ਵੀ ਉਹਨਾਂ ਨੇ ਫੂਕ ਦਿੱਤੇ, ਉਹਦੇ ਵਿੱਚ ਕੋਈ ਪਾਰਟੀ ਮੈਟਰ ਨਹੀਂ ਕੀਤੀ, ਸਿਰਫ ਪੰਜਾਬੀਅਤ ਮੈਟਰ ਕੀਤੀ ਹੈ। ਤੇ ਬਹੁਤ ਵੱਡੀ ਪੱਧਰ ਦੇ ਉੱਤੇ ਫਿਰ ਉਸ ਤੋਂ ਬਾਅਦ ਤਾਂ ਮੈਂ ਪੂਰੇ ਦੇਸ਼ ਦਾ ਵਿੱਚ ਹੀ ਜਿਹੜੀ ਹੈਗੀ ਆ ਕਿੱਥੇ ਕਿੱਥੇ ਕਤਲੇਆਮ ਹੋਇਆ ਉਹਦੀ ਇੱਕ ਪੂਰੀ ਮੇਰੇ ਕੋਲ ਰਿਪੋਰਟ ਹੈ। ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਇਹ ਕਤਲੇਆਮ ਉਸ ਟਾਈਮ ਕੀਤਾ ਗਿਆ ਸੀ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ। ਹਾਂਜੀ। ਤੇ ਜਿਵੇਂ ਅਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਜਿਹੜੀ ਲੜਾਈ ਗਿਆਸਪੁਰਾ ਸਾਹਿਬ ਨੇ ਲੜੀ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਜਿਹੜੀ ਆ ਉਹ ਸੰਘਰਸ਼ਮਈ ਤੇ ਕਮਾਲ ਦੀ ਜਿਹੜੀ ਲੜਾਈ ਆ। 3.5 ਦਹਾਕੇ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਜਿਹੜੀ ਗੱਲਬਾਤ ਵਾਪਰੀ, ਉਹਦੀ ਜਿਹੜੀ ਇਨਸਾਫ ਦੀ ਲੜਾਈ ਹੈ ਜਿਹੜੀ ਉਹ ਹਾਲੇ ਵੀ ਚੱਲ ਰਹੀ ਆ। ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ, ਉਹ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਤਰਕ ਦੇ ਨਾਲ ਨਾ ਫਰੋਲਿਆ ਜਾਵੇ ਤਾਂ ਇਤਿਹਾਸ ਨੂੰ ਮਿਥਿਹਾਸ ਬਣਨ ਦੇ ਵਿੱਚ ਕੋਈ ਬਹੁਤਾ ਜਿਹੜਾ
ਉਹ ਸਮਾਂ ਨਹੀਂ ਲੱਗਦਾ। ਇਹ ਜਿਹੜੀ ਜਾਣਕਾਰੀ ਜਾਂ ਜਿਹੜੀਆਂ ਗੱਲਾਂ ਨੇ ਇਹ ਦਰਸ਼ਕਾਂ ਨਾਲ ਇਸ ਲਈ ਸਾਂਝਾ ਅਸੀਂ ਕਰ ਰਹੇ ਹਾਂ ਕਿਉਂਕਿ ਮਨਵਿੰਦਰ ਗਿਆਸਪੁਰਾ ਜੀ ਇੱਕ ਐਸੀ ਸ਼ਖਸੀਅਤ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਕਿ ਸ਼ਾਇਦ ਗਿਆਸਪੁਰਾ ਜੀ ਦਾ ਜਿਹੜਾ ਰਾਸਤਾ ਬਹੁਤ ਸਖਾਲਾ ਜਿਹੜਾ ਰਿਹਾ। ਗਿਆਸਪੁਰਾ ਸਾਹਿਬ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਸਭ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਦੀ ਜਿਹੜੀ ਘਾਲਣਾ ਬਹੁਤ ਉਹ ਲੰਬੀ ਅਤੇ ਸੰਘਰਸ਼ਮਈ ਆ। ਬੇਸ਼ੱਕ ਕਿਤਾਬਾਂ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਜਿਹੜਾ ਜ਼ਿਕਰ ਕਰਨਾ ਬਣਦਾ ਉਹ ਜਿਹੜੀ ਗੱਲ ਆ ਜਿਹੜੀ ਕਹਾਣੀਆਂ ਤੱਕ ਆਉਂਦੀਆਂ ਪੀੜ੍ਹੀਆਂ ਨੂੰ ਵੀ ਜਿਹੜਾ ਉਹਦੇ ਬਾਰੇ ਜਾਣਕਾਰੀ ਹੈ ਜਿਹੜੀ ਹੋਣੀ ਚਾਹੀਦੀ ਆ। ਅੱਛਾ, ਤੇ ਗਿਆਸਪੁਰਾ ਸਾਹਿਬ ਜੀ ਜਿਹੜੀ ਇਹ ਲੜਾਈ ਆ ਇਸ ਤੋਂ ਬਾਅਦ ਤੇ ਜਿਹੜੀ ਰਾਜਨੀਤੀ ਇਸ ਤਰ੍ਹਾਂ ਲੋਕਾਂ ਦੀ ਜਿਹੜੀ ਲੜਾਈ ਲੜਦੇ ਲੜਦੇ ਰਾਜਨੀਤੀ ਦੇ ਵਿੱਚ ਆਉਣ ਦਾ ਵਿਚਾਰ ਆ ਜੀ ਫਿਰ ਜਿਹੜਾ ਉਹ ਕਿਵੇਂ ਬਣਿਆ ਜੀ? ਰਾਜਨੀਤੀ ਦੇ ਵਿੱਚ ਵੈਸੇ ਸਾਡਾ ਕਦੇ ਵੀ ਵਿਚਾਰ ਨਹੀਂ ਸੀਗਾ ਆਉਣ ਦਾ। ਹਾਂਜੀ। ਤੇ ਕਿਉਂਕਿ ਜਦੋਂ ਅਸੀਂ ਉਹ ਹੋਂਦ ਛਿਲੜ ਦੀ ਲੜਾਈ ਲੜ ਰਹੇ ਸੀਗੇ, ਹਾਂਜੀ, ਤਾਂ ਇੱਕ ਸਮਝੋ ਕਿ ਸਟੇਟ ਦੇ ਖਿਲਾਫ ਲੜਾਈ ਸੀਗੀ। ਜਦੋਂ ਕੋਈ ਬੰਦਾ ਸਟੇਟ ਦੇ ਖਿਲਾਫ ਲੜਾਈ ਲੜਦਾ ਤੇ ਸਟੇਟ ਕਦੇ ਵੀ ਉਹਨੂੰ ਬਰਦਾਸ਼ਤ ਨਹੀਂ ਕਰਦੀ, ਭਾਵੇਂ ਕਿ ਉਹ ਲੜਾਈ ਹਥਿਆਰਬੰਦ ਹੋਵੇ ਜਾਂ ਉਹ ਤੁਹਾਡੀ ਵਿਚਾਰਾਂ ਦੀ ਹੋਵੇ, ਭਾਵੇਂ ਉਹ ਕੋਟਾਂ ਦੀ ਹੋਵੇ। ਹਾਂਜੀ, ਜਦੋਂ ਤੁਹਾਡੀ ਸਟੇਟ ਦੇ ਖਿਲਾਫ ਲੜਾਈ ਹੁੰਦੀ ਹੈ ਤਾਂ ਸਟੇਟ ਹਮੇਸ਼ਾ ਤੁਹਾਡੇ ਤੇ ਤਸ਼ੱਦਦ ਕਰਦੀ ਹੈ। ਠੀਕ ਇਸੇ ਤਰੀਕੇ ਦੇ ਨਾਲ ਜਿੰਨਾ ਚਿਰ ਉਹ ਲੜਾਈ ਜਾਰੀ ਰਹੀ, ਸਟੇਟ ਵੱਲੋਂ ਮੈਨੂੰ ਵਾਰ-ਵਾਰ ਜੇਲ੍ਹਾਂ ਦੇ ਵਿੱਚ ਲੈ ਕੇ ਜਾਂਦਾ ਰਿਹਾ। ਘਰੇ ਇੱਦਾਂ ਸਾਡੇ ਆਲੇ ਦੁਆਲੇ ਗੁਆਂਢੀਆਂ ਨੂੰ ਵੀ ਸੀਲ ਕਰ ਲੈਂਦੇ ਸੀ, ਇੱਦਾਂ ਫੜ ਕੇ ਲੈ ਕੇ ਜਾਂਦੇ ਸੀ ਜਿਵੇਂ ਪਤਾ ਨਹੀਂ ਕਿੱਡੇ ਕੁ ਵੱਡੇ ਕ੍ਰਿਮੀਨਲ ਨੂੰ ਫੜ ਕੇ ਲੈ ਕੇ ਜਾਂਦੇ ਆ। ਸਾਰਾ ਕੁਝ ਸੀਲ ਕਰਕੇ ਸਵੇਰੇ 4 ਵਜੇ ਘਰੇ ਛਾਪਾ ਮਾਰ ਦੇਣਾ, ਕਦੇ ਕਿਸੇ ਪੁਲਿਸ ਵਾਲਿਆਂ ਨੇ ਆ ਜਾਣਾ, ਕਦੇ ਕਿਹਨੇ ਆ ਜਾਣਾ। ਤੇ ਸ਼ਾਇਦ ਲੋਕ ਵੀ ਸੋਚਦੇ ਹੋਣੇ ਆ ਵੀ ਜੈਸ ਇਹ ਵੀ ਯਾਰ ਟਿਕਦਾ ਨਹੀਂ। ਹੁਣ ਲੋਕਾਂ ਨੂੰ ਕੀ ਪਤਾ ਵਿਚਲੀ ਗੱਲ ਹੈ ਕੀ ਹੈ ਨਾ, ਕਿਉਂਕਿ ਪੁਲਿਸ ਵੱਲੋਂ ਇਸ ਤਰੀਕੇ ਦੇ ਨਾਲ ਬਾਰ-ਬਾਰ ਥਾਣਿਆਂ ਕਚਹਿਰੀਆਂ ਦੇ ਵਿੱਚ ਲੈ ਕੇ ਜਾਣਾ। ਔਰ ਫਿਰ ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ 19 ਤੱਕ ਚੱਲਦਾ ਰਿਹਾ। ਤੇ 19 ਦੇ ਵਿੱਚ ਇੱਕ PDA ਬਣਿਆ ਸੀ, ਕੁਝ ਪੰਜਾਬ ਦੇ ਲੋਕਾਂ ਨੇ ਰਲ ਮਿਲ ਕੇ PDA ਬਣਾਇਆ ਸੀ। ਤੇ ਮੇਰੀ ਕਿਸੇ ਵੀ PDA ਦੇ ਜਿਹੜੇ ਮੈਂਬਰ ਆ ਜਾਂ ਕੋਈ ਮੈਨ ਸਾਹਿਬ ਲਾ ਲਓ ਜਾਂ ਕਿਸੇ ਹੋਰ ਦੇ ਨਾਲ ਕੋਈ ਉਦੋਂ ਤੱਕ ਮੇਰੀ ਕਿਸੇ ਨਾਲ ਸਾਂਝ ਨਹੀਂ ਸੀ, ਨਾ ਕਿਸੇ ਨਾਲ ਕਿਸੇ ਪਾਰਟੀ ਦੇ ਵਿੱਚ ਜੁਆਇਨ ਸੀ। ਤੇ ਇੱਕ ਦਿਨ ਇੰਟਰਵਿਊ ਦੇ ਵਿੱਚ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਗੱਲ ਦਾ ਐਲਾਨ ਕੀਤਾ ਕਿ ਜਿਹੜੇ PDA ਦੇ ਲੋਕ ਸਭਾ ਦੇ ਕੈਂਡੀਡੇਟ ਹੋਣਗੇ, ਹਾਂਜੀ, ਉਹ ਜਸਟ ਲਾਈਕ ਬੀਬੀ ਜਿਹੜੀ ਖਾਲੜਾ ਹੈ ਉੱਦਾਂ ਦੇ ਹੋਣਗੇ ਜਾਂ ਜਸਟ ਲਾਈਕ ਮਨਵਿੰਦਰ ਸਿੰਘ ਗਿਆਸਪੁਰਾ। ਤੇ ਉਸ ਤੋਂ ਬਾਅਦ ਜਦੋਂ ਗੱਲ ਆਈ, ਮੈਨੂੰ ਉਸ ਦਿਨ ਕਈ ਬੰਦਿਆਂ ਦੇ ਫੋਨ ਆਏ, ਕਹਿੰਦੇ ਵੀ ਤੁਸੀਂ ਇਲੈਕਸ਼ਨ ਲੜ ਰਹੇ ਹੋ। ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਉਸ ਟਾਈਮ ਰਾਤ ਦੀ ਖਬਰਾਂ ਦੇ ਵਿੱਚ ਸੁਣਿਆ ਸੀ, ਰਾਤ ਨੂੰ ਫੋਨ ਆਏ ਸੀ ਤੇ ਮੈਂ ਤਾਂ ਸੁੱਤਾ ਪਿਆ ਸੀ। ਮੈਂ ਕਿਹਾ ਯਾਰ ਮੈਨੂੰ ਤਾਂ ਇਦਾਂ ਦੀ ਕੋਈ ਗੱਲ ਪਤਾ ਨਹੀਂ ਹੈ। ਤੇ ਅਗਲੀ ਸਵੇਰ ਤੇ ਫਿਰ ਮੇਰੇ ਨਾਲ ਰਾਬਤਾ ਹੋਇਆ, ਲੋਕ ਇਨਸਾਫ ਪਾਰਟੀ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਤੁਸੀਂ ਇਲੈਕਸ਼ਨ ਲੜੋ। ਤੇ ਫਿਰ ਪਹਿਲਾਂ ਤਾਂ ਇਹ ਮਨ ਸੀਗਾ ਵੀ ਇਲੈਕਸ਼ਨ ਨੂੰ ਕੁਇਟ ਕੀਤਾ ਜਾਵੇ, ਪਰ ਸਾਡੇ ਬਹੁਤ ਸਾਰੇ ਕਰੀਬੀ ਦੋਸਤਾਂ ਦੇ ਨਾਲ ਸਲਾਹ ਹੋਈ, ਆਪਸ ਦੇ ਵਿੱਚ ਸਲਾਹ ਮਸ਼ਵਰਾ ਹੋਇਆ। ਉਹ ਕਹਿੰਦੇ ਵੀ ਅਗਰ ਆਪਾਂ ਇਲੈਕਸ਼ਨ ਲੜ ਲੈਂਦੇ ਹਾਂ ਤਾਂ ਘੱਟੋ ਘੱਟ ਜਿਹੜਾ ਪੁਲਿਸ ਦਾ ਤੁਹਾਡੇ 'ਤੇ ਤਸ਼ੱਦਦ ਆ, ਨਿਤਾ ਪ੍ਰਤੀ ਜਿਹੜਾ ਤੁਹਾਨੂੰ ਥਾਣਿਆਂ ਕਚਹਿਰੀਆਂ 'ਚ ਜਾਣਾ ਪੈਂਦਾ, ਉਹ ਤੁਹਾਡਾ ਸਟਾਪ ਹੋ ਜਾਏਗਾ। ਇਲੈਕਸ਼ਨ ਦਾ ਰਿਜ਼ਲਟ ਜੋ ਮਰਜ਼ੀ ਰਹੇ, ਪਰ ਉਹ ਜਿਹੜਾ ਪੁਲਿਸ ਦਾ ਤਸ਼ੱਦਦ ਆ ਉਹ ਕਿਤੇ ਨਾ ਕਿਤੇ ਸਮਾਪਤ ਹੋ ਸਕਦਾ। ਤੇ ਫਿਰ ਇਹ ਚੀਜ਼ ਸੋਚ ਕੇ ਅਸੀਂ ਗੁਰੂ ਸਾਹਿਬ ਨੂੰ ਸਾਹਮਣੇ ਰੱਖ ਕੇ ਜਿਹੜੀ ਸੀ ਉਹ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਇਲੈਕਸ਼ਨ ਲੜੀ। ਤੇ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਬਿਨਾਂ ਪੈਸਿਆਂ ਤੋਂ, ਬਿਨਾਂ ਕੋਈ ਬਹੁਤ ਵੱਡੀ ਜਿਹੜੀ ਕਹਿ ਦਈਏ ਵੀ ਪਾਰਟੀ ਦੇ ਪ੍ਰਚਾਰ ਤੋਂ ਜਾਂ ਕਿਸੇ ਪਾਰਟੀ ਦੀ ਉਹਦੇ ਤੋਂ, ਬਹੁਤ ਸਾਰਾ ਲੋਕਾਂ ਨੇ 1.5 ਲੱਖ ਤੋਂ ਉੱਪਰ ਲੋਕਾਂ ਨੇ ਪਿਆਰ ਦਿੱਤਾ, ਸਤਿਕਾਰ ਦਿੱਤਾ। ਤੇ ਉਹਦੇ ਨਾਲ ਕੀ ਇੱਕ ਵੱਡੀ ਗੱਲ ਦੇਖਣ ਨੂੰ ਮਿਲੀ ਕਿ ਜਿਹੜਾ ਪੁਲਿਸ ਦਾ ਸੀਗਾ ਨਜ਼ਰੀਆ ਸੀ ਉਹ ਬਿਲਕੁਲ ਚੇਂਜ ਹੋ ਗਿਆ। ਤੇ ਜਿਹੜਾ ਬਾਰ-ਬਾਰ ਫੜੇ ਜਾਣ ਵਾਲਾ ਕੰਮ ਸੀ ਉਹ ਬੰਦ ਹੋ ਗਿਆ। ਤੇ ਉਸ ਤੋਂ ਬਾਅਦ 22 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਐਸੀ ਹਨੇਰੀ ਵਗਾਈ ਕਿ ਜਿਹੜੇ ਆਮ ਘਰਾਂ ਦੇ ਲੋਕ ਸੀ, ਜਿਹੜੇ ਗਰੀਬ ਲੋਕ ਸੀ, ਕੋਈ ਮੋਬਾਈਲ ਰਿਪੇਅਰ ਵਾਲਾ, ਕੋਈ ਮੇਰੇ ਵਰਗਾ ਜਿਹੜਾ ਥਾਣਿਆਂ ਕਚਹਿਰੀਆਂ 'ਚ ਰੁਲਦਾ ਸੀ, ਉੱਦਾਂ ਦੇ ਲੋਕਾਂ ਨੂੰ ਆਮ ਲੋਕਾਂ ਨੇ ਬੜੀ ਵੱਡੇ ਮਾਰਜਨ ਦੇ ਨਾਲ, ਕਿਉਂਕਿ ਸਾਡਾ ਇਹ ਏਰੀਆ ਜਿਹੜਾ ਹੈਗਾ ਇਹ ਮੁੱਖ ਮੰਤਰੀ ਬੇਅੰਤ ਸਿੰਘ ਦਾ ਏਰੀਆ, ਇੱਦਾਂ ਦੇ ਵੱਡੇ ਵੱਡੇ ਥੰਮਾਂ ਨੂੰ ਗਿਰਾਉਣਾ ਕੋਈ ਸੌਖੀ ਗੱਲ ਨਹੀਂ ਸੀਗੀ ਮੇਰੇ ਵਰਗੇ ਕਾਮ ਸਧਾਰਨ ਜਿਹੜਾ ਹੈਗਾ ਪਰਿਵਾਰ ਦੇ ਬੱਚੇ ਦੇ ਲਈ। ਤੇ ਪਰ ਫਿਰ ਲੋਕਾਂ ਨੇ ਕਮਾਲ ਕਰਕੇ ਦਿਖਾਇਆ ਤੇ ਲੋਕਾਂ ਨੇ MLA ਬਣਾਇਆ। ਤੇ ਅੱਜ ਵੀ ਲੋਕਾਂ ਦੀ ਉਸ ਜਿਹੜਾ ਉਹਨਾਂ ਨੇ ਮੇਰੇ ਤੇ ਚਾੜਿਆ ਹੋਇਆ ਇੱਕ ਪਾਈ ਹੋਈ ਵੋਟ, ਉਹਨਾਂ ਦਾ ਕਰਜ਼ਾ ਵਾ ਮੇਰੇ ਸਿਰ ਦੇ ਉੱਤੇ। ਤੇ ਉਹ ਕਰਜ਼ਾ ਅਸੀਂ ਰੋਜ਼ ਤਿਲ ਤਿਲ ਕਰਕੇ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਦਫ਼ਤਰ 'ਚ ਬੈਠ ਕੇ। ਬਿਲਕੁਲ ਜੀ।
ਅੱਛਾ ਗਿਆਸਪੁਰਾ ਸਾਹਿਬ, ਜਿਵੇਂ ਹੁਣ ਤੁਸੀਂ ਕਿਹਾ ਵੀ ਜਿਹੜਾ ਲੋਕਾਂ ਦਾ ਵੀ ਉਹ ਹਨਾ ਤੁਹਾਡੇ ਸਿਰ ਜਿਹੜਾ ਉਹ ਕਰਜ਼ਾ, ਅਸਲ ਦੇ ਵਿੱਚ ਕੀ ਆ, ਜਿਹੜੇ ਸਾਡੇ ਇੰਡੀਅਨ ਕਮਿਊਨਿਟੀ ਆ ਉਹ ਥੋੜੀ ਜਿਹੀ ਇਮੋਸ਼ਨਲ ਨਾ, ਉਹ ਜ਼ਿਆਦਾ ਹੁੰਦੀ ਆ, ਭਾਵੁਕ ਜ਼ਿਆਦਾ ਹੁੰਦੀ ਆ। ਭਾਵੁਕਤਾ ਦੇ ਕਾਰਨ ਜਿਹੜੇ ਕੰਮ ਨੂੰ ਥੋੜਾ ਜਿਹਾ ਸਮਾਂ ਲੱਗਣਾ ਹੁੰਦਾ ਨਾ, ਉਹਦੇ ਇੱਕ ਥੋੜੀ ਜਿਹੀ ਜਿਹੜੀ ਉਹ ਚੀਜ਼ ਹੈ ਜਿਹੜੀ ਘਟ ਜਾਂਦੀ ਹੈ ਸਾਡੇ 'ਚ। ਅਸੀਂ ਕਹਿੰਦੇ ਆ ਵੀ ਸਾਡੇ ਵਿੱਚ ਜਿਹੜੀ ਸਬਰ ਕਰਨ ਦੀ ਸਮਰੱਥਾ ਥੋੜੀ ਜਿਹੀ ਨਾ ਉਹ ਘਟੀ ਹੋਈ ਆ। ਮੇਰਾ ਜਿਹੜਾ ਸਵਾਲ ਇਹ ਆ ਜੀ ਵੀ ਜਿਵੇਂ ਕਹਿੰਦੇ ਨੇ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਜਿਹੜਾ ਤੁਹਾਡਾ ਮਾਰਗ ਆ ਪਹਿਲਾਂ ਵੀ ਜਿਹੜਾ ਸੰਘਰਸ਼ਮਈ ਰਿਹਾ ਤੇ ਹੁਣ ਜਿਹੜਾ ਸੱਚੇ ਦਾ ਮਾਰਗ ਚੱਲਦੇ ਆ, ਕਠਿਨਾਈਆਂ ਜਿਹੜੀ ਦਰਪੇਸ਼ ਸਮੱਸਿਆਵਾਂ ਨੇ ਉਹ ਕਿਹੜੀਆਂ ਕਿਹੜੀਆਂ ਆ ਰਹੀਆਂ ਨੇ ਜੀ? ਦੇਖੋ, ਜਦੋਂ ਅਸੀਂ ਸੱਤਾ ਤੋਂ ਬਾਹਰ ਬੈਠ ਕੇ ਦੇਖਦੇ ਹਾਂ ਤੇ ਜਿਹੜੀਆਂ ਚੀਜ਼ਾਂ ਨੇ ਸ਼ਾਇਦ ਸਾਨੂੰ ਲੱਗਦੀਆਂ ਨੇ ਕਿ ਬੜੀਆਂ ਈਜ਼ੀਲੀ ਇਦਾਂ ਕਰ ਸਕਦੇ ਆ, ਉਹ ਕਰ ਸਕਦੇ ਆ, ਪਰ ਜਦੋਂ ਪ੍ਰੈਕਟੀਕਲੀ ਤੁਸੀਂ ਉਸ ਕੰਮ ਦੇ ਵਿੱਚ ਪੈਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਸਾਰੀਆਂ ਪੇਚੀਦਗੀਆਂ ਨੇ ਜਿਹੜੀਆਂ ਕਿ ਪਤਾ ਨਹੀਂ ਕਿਉਂ ਇਹ ਇਸ ਤਰੀਕੇ ਦੀਆਂ ਪੇਚੀਦਗੀਆਂ ਘੜੀਆਂ ਗਈਆਂ ਨੇ ਤੇ ਉਹ ਕੰਮ ਕਰਨ ਨੂੰ ਕੋਈ ਇੰਨਾ ਸੁਖਾਲਾ ਨਹੀਂ ਹੈ ਕਿ ਜਿੰਨਾ ਆਪਾਂ ਬਾਹਰ ਬੈਠ ਕੇ ਸੋਚਦੇ ਹਾਂ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਮੇਰਾ ਏਰੀਆ ਸਾਰਾ ਪੇਂਡੂ ਏਰੀਆ, ਪਿੰਡਾਂ ਦੇ ਲੋਕ ਨੇ, ਗਰੀਬ ਲੋਕ ਨੇ ਵਿਚਾਰੇ, ਲੋਕਾਂ ਦੀਆਂ ਛੱਤਾਂ ਟੁੱਟੀਆਂ ਹੋਈਆਂ ਨੇ, ਪਰ ਅਸੀਂ ਕੁਝ ਸੋਚਦੇ ਹੋਏ ਵੀ ਕੁਝ ਨਹੀਂ ਕਰ ਸਕਦੇ। ਲੋਕਾਂ ਦੇ ਜਿਹੜੇ ਘਰ ਨੇ ਅੱਜ ਵੀ ਉਹ ਇਸ ਸਥਿਤੀ 'ਚ ਰਹਿ ਰਹੇ ਨੇ ਕਿ ਜਦੋਂ ਮੀਂਹ ਪੈਂਦਾ ਮੰਜੀ ਨੂੰ ਕਦੇ ਸੱਜੇ ਕਰਦੇ ਨੇ, ਕਦੇ ਖੱਬੇ ਕਰਦੇ ਨੇ, ਕਦੇ ਜਿਹੜਾ ਹੈਗਾ ਪੇਟੀ ਨੂੰ ਪਾਣੀ ਤੋਂ ਬਚਾਉਣ ਦੇ ਲਈ ਅੱਜ ਵੀ ਪ੍ਰਾਂਤਾਂ ਰੱਖਦੇ ਨੇ ਵਿਚਾਰੇ। ਉਹ ਜਿਹੜੀਆਂ ਚੀਜ਼ਾਂ ਨੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਬਹੁਤ ਕਿ ਯਾਰ ਇਹਨਾਂ ਦਾ ਅਸੀਂ ਕਿਵੇਂ ਕਰ ਸਕਦੇ ਹਾਂ, ਪਰ ਕੋਈ ਐਸੀ ਗੱਲ ਜਿਹੜੀ ਆਪਾਂ ਕਹਿ ਲਈਏ ਵੀ ਜਿਹੜੀ ਅਸੀਂ ਤੁਰੰਤ ਪ੍ਰਭਾਵ ਤੋਂ ਕਰ ਸਕਦੇ ਹੋਈਏ। ਸਰਕਾਰ ਦੀ ਇੱਕ ਸਕੀਮ ਆ ਸੈਂਟਰ ਦੀ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਉਹਦੇ ਵਿੱਚ ਵੀ ਇੱਕ ਪਿੰਡ ਦੇ ਵਿੱਚ ਇੱਕ ਮਕਾਨ ਮਸਾਂ ਸ਼ੁਰੂ ਹੁੰਦਾ ਤੇ ਉਹ ਮਕਾਨ ਨੂੰ ਬਣਦੇ 2 ਸਾਲ ਲੱਗ ਜਾਂਦੇ ਆ, ਉਹਨਾਂ ਚਿਰ ਦੂਜਾ ਮਕਾਨ ਕੋਈ ਸ਼ੁਰੂ ਨਹੀਂ ਕਰ ਸਕਦੇ। ਤੇ ਇੱਦਾਂ ਦੀਆਂ ਬਹੁਤ ਸਾਰੀਆਂ ਸਰਕਾਰ ਦੀਆਂ ਜਿਹੜੀਆਂ ਹੈਗੀਆਂ, ਸੈਂਟਰ ਦੀ ਸਰਕਾਰ ਦੀਆਂ ਵੀ ਜਾਂ ਹੋਰ ਜਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਆਮ ਲੋਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਨੇ, ਇਹਨਾਂ ਦੇ ਵਿੱਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਆ, ਬਹੁਤ ਵੱਡੀ ਚੇਂਜ ਦੀ ਲੋੜ ਹੈ। ਤੇ ਆਮ ਜਿਹੜੇ ਗਰੀਬ ਲੋਕ, ਜਿਹੜੇ ਨਰੇਗਾ ਵਰਕਰ, ਜਦੋਂ ਮੈਂ ਨਾ ਇਲੈਕਸ਼ਨ ਦੇ ਵਿੱਚ ਜਾਂਦਾ ਸੀ ਤਾਂ ਮੈਂ ਦੇਖਦਾ ਸੀ ਕਿ ਬੀਬੀਆਂ ਜਿਹੜੀਆਂ ਨੇ ਵਿਚਾਰੀਆਂ ਬਰਮਾ 'ਤੇ ਮਿੱਟੀ ਪਾ ਰਹੀਆਂ ਨੇ, ਦੁਪਹਿਰ ਦੇ ਵਿੱਚ ਮੁੜਕੋ ਮੁੜਕੀ ਹੋਈਆਂ ਨੇ। ਕਈ ਲੋਕ ਤਾਂ ਇਹਨਾਂ ਨੂੰ ਦੇਖ ਕੇ ਗੱਲ ਕਰਦੇ ਆ ਕਿ ਇਹ ਤਾਂ ਜੀ ਨਰੇਗਾ ਵਾਲੀਆਂ ਤਾਂ ਦਿਹਾੜੀ ਲੈ ਕੇ ਮੁੜ ਜਾਂਦੀਆਂ ਨੇ, ਬੈਠੀਆਂ ਰਹਿੰਦੀਆਂ ਨੇ। ਮੈਂ ਉਹਨਾਂ ਨੂੰ ਕਈ ਵਾਰ ਕਹਿਣਾ ਹੁੰਦਾ ਕਿ ਤੁਸੀਂ ਭਾਈ ਬਾਹਰ ਨਿਕਲ ਕੇ ਤਪਦੀ ਗਰਮੀ ਦੇ ਵਿੱਚ 2 ਘੰਟੇ ਬੈਠ ਕੇ ਹੀ ਦਿਖਾਓ। ਇਹ ਤਾਂ ਵਿਚਾਰੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਾ ਕੋਈ ਉੱਥੇ ਕੰਮ ਕਰਦੀਆਂ ਨੇ। ਮੇਰੇ ਮਨ 'ਚ ਸੀ ਕਿ ਜਦੋਂ ਕੋਈ ਤਾਂ ਪਰਮਾਤਮਾ ਨੇ ਤਾਕਤ ਦਿੱਤੀ ਤੇ ਇਹਨਾਂ ਲਈ ਕੁਝ ਨਾ ਕੁਝ ਜ਼ਰੂਰ ਕਰਾਂਗੇ। ਜਦੋਂ ਤਾਕਤ ਦਿੱਤੀ ਵੀ ਤੇ ਫਿਰ ਅਸੀਂ ਕੇਂਦਰੀ ਮੰਤਰੀ ਨਾਲ ਰਾਬਤਾ ਕਾਇਮ ਕੀਤਾ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਉਹ ਰਾਬਤੇ ਕਰਕੇ, ਮੇਰੀਆਂ ਕੇਂਦਰੀ ਮੰਤਰੀ ਨਾਲ ਮੀਟਿੰਗਾਂ ਕਰਕੇ ਮੇਰੇ ਕੋਲ ਉਹਨਾਂ ਵੱਲੋਂ ਰਿਟਨ ਕੋਰਸਪੋਂਡੈਂਸ ਹੋਇਆ ਤੇ ਉਹਨਾਂ ਵੱਲੋਂ ਨਰੇਗਾ ਜਿਹੜੀ ਵਰਕਰਾਂ ਦੀ ਹੈ ਉਹ ਪਿਛਲੇ ਮਹੀਨੇ ਜਿਹੜੀ ਆ ਉਹ ਦਿਹਾੜੀ ਵਧਾਈ ਵੀ ਗਈ ਆ। ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਜਦੋਂ ਤੁਸੀਂ ਕਿਸੇ ਕੰਮ ਨੂੰ ਆਪਣੇ ਪਰਿਵਾਰ ਦੇ ਲੋਕਾਂ ਦੇ ਲਈ ਤੁਸੀਂ ਕੋਈ ਕੰਮ ਕਰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲਦੀ ਹੈ। ਬਹੁਤ ਸਾਰੇ ਕੰਮ ਨੇ ਜਿਹੜੇ ਕਿ ਸਾਨੂੰ ਗਰਾਊਂਡ ਲੈਵਲ 'ਤੇ ਕਰਨ ਵਾਲੇ ਨੇ, ਕੋਸ਼ਿਸ਼ ਕਰ ਰਹੇ ਹਾਂ, ਲੱਗੇ ਹੋਏ ਹਾਂ ਬੜੀ ਇਮਾਨਦਾਰੀ ਦੇ ਨਾਲ। ਪਰਮਾਤਮਾ ਜ਼ਰੂਰ ਰਸਤਾ ਦਿਖਾਊਗਾ। ਕਹਿੰਦੇ ਜੇ ਤੁਸੀਂ ਕੋਸ਼ਿਸ਼ ਕਰਦੇ ਹੋ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ, ਹੈ ਨਾ। ਜਿਹੜੇ ਬੰਦੇ ਬੇਹਿੰਮਤੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬਿਲਕੁਲ ਜੀ, ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਇਹ ਸਾਨੂੰ ਲੱਗੇ ਹੋਏ ਆ, ਅਸੀਂ ਲਗਾਤਾਰ ਲੱਗੇ ਹੋਏ ਹਾਂ। ਹਾਂਜੀ, ਅੱਛਾ, ਤੇ ਸਰ ਇੱਕ ਜਿਹੜਾ ਛੋਟਾ ਜਿਹਾ ਸਵਾਲ ਇਹ ਆ ਤੇ ਵੀ ਜਿਹੜਾ ਦਲਿਤ ਲੀਡਰ ਨੇ ਉਹਨਾਂ ਦਾ ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਯੋਗਦਾਨ ਆ ਉਹ ਕਿਸੇ ਤੋਂ ਜਿਹੜਾ ਛੁਪਿਆ ਨਹੀਂ ਹੋਇਆ, ਪਰ ਜੇ ਉਹਨਾਂ ਨੇ ਦਲਿਤ ਜਿਹੜਾ ਲੀਡਰ ਨੇ ਉਹ ਗਰੀਬੀ ਨੂੰ ਚੰਗੀ ਤਰ੍ਹਾਂ ਜਿਹੜੇ ਤਰੀਕੇ ਨਾਲ ਉਹ ਜਿਹੜਾ ਘੇਰਾ ਹੁੰਦਾ ਉਹਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਨੇ, ਪਰ ਉਹਨਾਂ ਨੂੰ ਜਿਹੜੀਆਂ ਨੇਗੀਆਂ ਜ਼ਿੰਮੇਵਾਰੀਆਂ ਨੇਗੀਆਂ ਉਹ ਓਡੀਆਂ ਦਿੱਤੀਆਂ ਨਹੀਂ ਜਾਂਦੀਆਂ ਜਿੰਨੀਆਂ ਕਿ ਉਹ ਡਿਜ਼ਰਵ ਕਰਦੇ ਹੁੰਦੇ ਨੇ। ਕਿ ਤੁਸੀਂ ਮੇਰੀ ਇਹ ਗੱਲ ਨਾਲ ਸਹਿਮਤ ਹੋ ਜੀ ਵੀ ਜਿਹੜੀ ਉਹਨਾਂ, ਕਿਉਂਕਿ ਦੇਖੋ ਜਿਹੜੇ ਬੰਦਿਆਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਦਾ ਗਰੀਬੀ ਦੇ ਨਾਲ, ਪਾਵਰਟੀ ਦੇ ਨਾਲ ਕੋਈ ਕੰਸਰਨ ਨਹੀਂ ਹੁੰਦਾ, ਤੇ ਜਿਹੜੇ ਦਲਿਤ ਲੀਡਰ ਉਸ ਚੀਜ਼ ਤੋਂ ਵਿਚਰੇ ਹੁੰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਹ ਜਿਹੜੇ ਹੁੰਦੇ ਆ ਗੱਲਾਂ ਦਾ ਉਹ ਬਿਲਕੁਲ ਪੂਰੀ ਤਰ੍ਹਾਂ ਸਮਝ ਹੁੰਦਾ। ਕੋਈ ਵੀ ਰਾਜਨੀਤਿਕ ਪਾਰਟੀ ਆ ਉਹਨਾਂ ਤੋਂ ਜਿਹੜੀ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਜਿਹੜੇ ਕਿ ਅਸੀਂ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਅਸੀਂ ਉਹਨਾਂ ਤੱਕ ਪਹੁੰਚਦੇ ਨੇ ਜਿਹੜੇ ਜੀ ਉਹ ਕਰਨੇ ਹੁੰਦੇ ਨੇ।
ਜਨਤਾ ਦੇ ਵੱਲੋਂ ਹੀ ਜਿਹੜਾ ਇਹ ਸਵਾਲ ਆ, ਮੈਨੂੰ ਬਹੁਤ ਜਾਣਿਆਂ ਨੇ ਇਹ ਗੱਲ ਕਹੀ ਸੀ ਵੀ ਅਗਰ ਤੁਸੀਂ ਕਿਸੇ ਵੀ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਕੋਲੋਂ ਜਾਂਦੇ ਹੋ ਤਾਂ ਇਹ ਸਵਾਲ ਜ਼ਰੂਰ ਪੁੱਛੋ ਵੀ ਦਲਿਤ ਲੀਡਰਾਂ ਨੂੰ ਉਹਨਾਂ ਦੇ ਜਿਹੜੇ ਬਣਦੇ ਨੇ ਉਹ ਅਹੁਦੇ ਦਿੱਤੇ ਕਿਉਂ ਨਹੀਂ ਜਾਂਦੇ ਜੀ। ਮੇਰਾ ਤੁਹਾਨੂੰ ਇਹ ਸਵਾਲ ਆ ਜੀ। ਨਹੀਂ ਦੇਖੋ, ਇੱਥੇ ਤਾਂ ਥੋੜੀ ਜਿਹੀ ਗੱਲ ਆਪਾਂ ਦੇਖੀਏ, ਸਾਡੇ ਪੰਜਾਬ ਦੀ ਜਿਹੜੀ ਕੈਬਨਿਟ ਹੈ, ਹਾਂਜੀ, ਉਹਦੇ ਵਿੱਚ ਸਭ ਤੋਂ ਜਿਹੜਾ ਉੱਪਰਲਾ ਅਹੁਦਾ ਹੈ ਮੁੱਖ ਮੰਤਰੀ ਤੋਂ ਬਾਅਦ ਜਿਹੜਾ ਹੁੰਦਾ ਹੈ ਉਹ ਫਾਈਨਾਂਸ ਮਿਨਿਸਟਰ ਦਾ ਹੁੰਦਾ ਹੈ। ਉਹ ਸਾਡੇ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਇਹ ਹਰਪਾਲ ਸਿੰਘ ਚੀਮਾ ਜੀ ਨੂੰ ਦਿੱਤਾ। ਹਾਂਜੀ, ਉਸ ਤੋਂ ਬਾਅਦ ਜਿਹੜੇ ਖੁਰਾਕ ਸਿਵਲ ਸਪਲਾਈ ਦਾ ਬਹੁਤ ਵੱਡਾ ਮਹਿਕਮਾ ਜਿਹੜਾ ਕਿ ਮੰਨਿਆ ਜਾਂਦਾ, ਉਹ ਵੀ ਸਾਡੇ ਲਾਲ ਚੰਦ ਕਟਾਰੂ ਚੱਕਰੀ ਨੂੰ ਦਿੱਤਾ। ਅਗਲਾ ਜਿਹੜਾ ਕਹਿ ਦਈਏ ਬਹੁਤ ਵੱਡਾ ਜਿਹੜਾ ਇੱਕ ਮਹਿਕਮਾ ਵਾ PWD ਦਾ, ਹਾਂਜੀ, ਤੇ ਬਿਜਲੀ ਦਾ, ਇਹ ਜਿਹੜੇ ਮਹਿਕਮੇ ਨੇ ਇਹ ਵੀ ਜਿਹੜੇ ਹੈਗੇ ਆ ਉਹ ਆਮ ਗਰੀਬ ਦਲਿਤ ਪਰਿਵਾਰਾਂ ਦੇ ਵਿੱਚ ਹੀ ਜਿਹੜੇ ਹੈਗੇ ਆ ITO ਸਾਹਿਬ ਨੂੰ ਦਿੱਤੇ ਆ। ਤੇ ਸਾਡੇ ਜਿਹੜੇ ਸਮਾਜਿਕ ਸੁਰੱਖਿਆ ਵਾਲਾ ਜਿਹੜਾ ਮਹਿਕਮਾ ਵਾ ਉਹ ਵੀ ਕਹਿ ਲਈਏ ਵੀ ਸਾਡੇ ਦਲਿਤ ਭਰਾ ਨੂੰ ਹੀ ਦਿੱਤਾ। ਤੇ ਹੁਣ ਜੇ ਅਸੀਂ ਸਥਾਨਕ ਸਰਕਾਰਾਂ ਦਾ ਇੱਕ ਬਹੁਤ ਵੱਡਾ ਮਹਿਕਮਾ ਜਿਹਨੂੰ ਕਹਿ ਸਕਦੇ ਹਾਂ, ਉਹ ਵੀ ਇੱਕ ਸਾਡੇ ਜਿਹੜੇ ਬਲਕਾਰ ਸਿੰਘ ਜੀ ਆ ਉਹਨੂੰ ਦਿੱਤਾ। ਇਸ ਗੱਲ ਦੀ ਤਾਂ ਤਸੱਲੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਜਿਹੜੀ, ਉਹਨਾਂ ਨੇ ਜਿਹੜੇ ਸਾਡੇ ਦਲਿਤ ਭਰਾ ਨੇ ਉਹਨਾਂ ਨੂੰ ਨੁਮਾਇੰਦਗੀ ਆਮ ਸਰਕਾਰਾਂ ਨਾਲੋਂ ਵੱਧ ਦਿੱਤੀ ਹੈ। ਇਸ ਗੱਲ ਦੀ ਤਾਂ ਸ਼ਾਬਾਸ਼ ਮੈਂ ਕਹਿਣਾ ਸਰਕਾਰ ਨੂੰ। ਪਰ ਦੂਜੀ ਗੱਲ ਥੋੜ੍ਹੀ ਜਿਹੀ ਤੁਹਾਡੀ ਗੱਲ ਇੱਕ ਹੋਰ ਆ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਬਣਦੀ ਹੈ, ਕਿਉਂਕਿ ਗੱਲ ਇਹ ਨਹੀਂ ਹੈ ਕਿ ਨੁਮਾਇੰਦਗੀ ਨਹੀਂ ਦਿੱਤੀ, ਨੁਮਾਇੰਦਗੀ ਤਾਂ ਦਿੱਤੀ ਹੈ। ਨੁਮਾਇੰਦਗੀ ਤਾਂ ਜੇ ਦੇਖੀਏ ਤਾਂ ਰਾਸ਼ਟਰਪਤੀ ਵੀ ਬਣਾਇਆ ਹੈ ਨਾ, ਕੇਂਦਰ ਨੇ ਰਾਸ਼ਟਰਪਤੀ ਵੀ ਬਣਾਇਆ। ਪਰ ਗੱਲ ਇਹ ਆ ਵੀ ਉਹ ਨੁਮਾਇੰਦਗੀ ਜਿਹੜੀ ਸਾਨੂੰ ਮਿਲੀ ਆ, ਕੀ ਅਸੀਂ ਉਸ ਨੁਮਾਇੰਦਗੀ ਦੇ ਨਾਲ ਇਨਸਾਫ ਕਰ ਰਹੇ ਹਾਂ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਸਾਨੂੰ ਕੋਈ ਨੁਮਾਇੰਦਗੀ ਮਿਲ ਜਾਂਦੀ ਹੈ ਤੇ ਅਸੀਂ ਆਪਣੀ ਉਸ ਕੁਰਸੀ ਨੂੰ ਬਚਾਉਣ ਦੇ ਲਈ ਅਸੀਂ ਆਪਣੇ ਭਰਾਵਾਂ ਨੂੰ ਛੱਡ ਜਾਂਦੇ ਹਾਂ। ਇਹ ਬਹੁਤ ਜਿਹੜੀ ਗੱਲ ਸੱਚੀ ਹੈ, ਕੌੜੀ ਹੈ, ਔਰ ਇਹ ਸਾਡੇ ਸਾਰਿਆਂ 'ਤੇ ਹੀ ਲਾਗੂ ਹੁੰਦੀ ਹੈ। ਇਹਦਾ ਕਾਰਨ ਕੀ ਹੈ ਕਿ ਜਿਹੜੀਆਂ ਸਾਡੀਆਂ ਪਾਰਟੀਆਂ ਨੇ, ਉਹਨਾਂ ਪਾਰਟੀਆਂ ਦੇ ਆਪਣੇ ਫਿਕਸ ਏਜੰਡੇ ਨੇ। ਅੱਜ ਤੱਕ ਕਿਸੇ ਵੀ ਪਾਰਟੀ ਨੇ ਸਾਡੇ ਗਰੀਬ ਵਰਗ ਨੂੰ, ਦਲਿਤ ਵਰਗ ਨੂੰ ਕਦੇ ਆਪਣੇ ਏਜੰਡੇ 'ਤੇ ਹੀ ਨਹੀਂ ਲਿਆ। ਇਹ ਗੱਲ ਸੱਚੀ ਹੈ ਔਰ ਇਹ ਕੌੜੀ ਵੀ ਲੱਗਣੀ ਹੈ। ਔਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਏਜੰਡੇ 'ਤੇ ਨਹੀਂ ਲਿਆ। ਜਦੋਂ ਪਾਰਟੀ ਨੇ ਨਹੀਂ ਏਜੰਡੇ 'ਤੇ ਲਿਆ ਤੇ ਫਿਰ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ, ਚਾਹੇ ਉਹ ਦਲਿਤ ਵਰਗ ਨਾਲ ਸੰਬੰਧਿਤ ਹੋਣ, ਚਾਹੇ ਉਹ ਜਨਰਲ ਵਰਗ ਨਾਲ ਸੰਬੰਧਿਤ ਹੋਣ, ਫਿਰ ਉਹਨੂੰ ਉਹ ਕਿਵੇਂ ਏਜੰਡੇ 'ਤੇ ਲਿਆ ਸਕਦੇ ਆ? ਇਹਦਾ ਤਾਂ ਫਿਰ ਇੱਕੋ ਹੀ ਕਾਰਨ ਰਹਿ ਜਾਂਦਾ ਕਿ ਜਾਂ ਤਾਂ ਤੁਸੀਂ ਉਹ ਪਾਰਟੀ ਛੱਡ ਦਿਓ, ਪਾਰਟੀ ਛੱਡ ਕੇ ਕੋਈ ਆਪਣੀ ਪਾਰਟੀ ਬਣਾਓ, ਤੇ ਜਾਂ ਤੁਸੀਂ ਉਹਨਾਂ ਦੇ ਮਗਰ ਹੀ ਲਾ ਕੇ ਜਿਹੜੇ ਉਹਨਾਂ ਦੇ ਏਜੰਡੇ ਆ, ਬੇਸ਼ੱਕ ਤੁਹਾਨੂੰ ਸੀਟਾਂ ਜ਼ਰੂਰ ਮਿਲ ਜਾਣੀਆਂ ਨੇ, ਤੁਹਾਨੂੰ ਬੇਸ਼ੱਕ ਮੰਤਰੀ ਤੁਸੀਂ ਜ਼ਰੂਰ ਬਣ ਜਾਓਗੇ, ਪਰ ਤੁਸੀਂ ਆਪਣੇ ਭਰਾਵਾਂ ਲਈ ਨਹੀਂ ਕੁਝ ਕਰ ਸਕਦੇ। ਇਹ ਗੱਲ ਸੱਚੀ ਆ। ਇਹ ਗੱਲ ਬੇਸ਼ੱਕ ਕਈਆਂ ਨੂੰ ਕੌੜੀ ਵੀ ਲੱਗੂਗੀ ਕਿ ਅੱਜ ਜੋ ਸਾਡੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਦਲਿਤ ਵਰਗ ਆ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ। ਅਸੀਂ ਵੀ, ਮੈਂ ਵੀ ਉਹਦੇ 'ਚ ਸ਼ਾਮਲ ਹਾਂ। ਅਸੀਂ ਵੀ ਆਪਣਾ ਜਿਹੜਾ ਰੋਲ ਆ ਉਹ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ। ਕਿਉਂ ਨਹੀਂ ਨਿਭਾ ਰਹੇ? ਕਿਉਂਕਿ ਸਾਨੂੰ ਡਰ ਆ ਕਿ ਸਾਡੀ ਕੁਰਸੀ ਚਲੀ ਜਾਊਗੀ। ਇਹ ਸਾਡੇ ਸਾਰਿਆਂ ਦੇ ਵਿੱਚ ਹੀ ਆ। ਜਿੰਨਾ ਚਿਰ ਅਸੀਂ ਆਪਣੀ ਕੁਰਸੀ ਦਾ ਮੋਹ ਤਿਆਗ ਕੇ ਆਪਣੇ ਭਰਾਵਾਂ ਲਈ ਨਹੀਂ ਖੜਾਂਗੇ, ਉਹਨਾਂ ਚਿਰ ਸਾਡੇ ਭਰਾਵਾਂ ਦਾ, ਸਾਡੇ ਸਮਾਜ ਦਾ ਉਥਾਨ ਨਹੀਂ ਹੋ ਸਕਦਾ। ਇਹ ਗੱਲ ਸਾਨੂੰ ਸਾਰਿਆਂ ਨੂੰ ਪੱਲੇ ਬੰਨ੍ਹਣੀ ਚਾਹੀਦੀ ਹੈ। ਬਿਲਕੁਲ ਜੀ। ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਇਹ ਸਵਾਲ ਆ ਇਹ ਬਹੁਤ ਸਾਰੇ ਲੋਕਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਮੈਨੂੰ ਵੀ ਕਿਹਾ ਗਿਆ ਸੀ, ਤੇ ਮੈਂ ਗਿਆਸਪੁਰਾ ਸਾਹਿਬ ਨੂੰ ਜਿਹੜਾ ਸਵਾਲ ਸੀਗਾ ਤਾਂ ਕੀਤਾ ਸੀ। ਉਹਨਾਂ ਨੇ ਆਪਣੇ ਵੱਲੋਂ ਜਿਹੜੀ ਉਹਨਾਂ ਦੀ ਪਾਰਟੀ ਆ ਉਹਨਾਂ ਦੇ ਸਮਰਥਨ ਦੇ ਵਿੱਚ ਇਹ ਗੱਲ ਆ ਜਿਹੜੀ ਕਹੀ ਆ ਕਿ ਬਿਲਕੁਲ ਜਿਹੜੀ ਉਹ ਪਾਰਟੀ ਆ, ਜਿਹੜਾ ਬਣਦਾ ਸਤਿਕਾਰ ਆ ਜਿਹੜਾ ਉਹ ਸਭ ਨੂੰ ਆ ਜਿਹੜਾ ਉਹ ਦਿੱਤਾ ਹੋਇਆ। ਇਹ ਬਿਲਕੁਲ ਆਉਣ ਵਾਲਾ ਟਾਈਮ ਆ ਜਿਹੜਾ ਇਹ ਸਵਾਲ ਆ ਜਿਹੜਾ ਇੱਕ ਇਹ ਬਿਲਕੁਲ ਪੈਂਡੂਲਮ ਵਾਂਗ ਹੀ ਆ, ਜਿਹੜਾ ਇਹ ਟਾਈਮ ਦੱਸੂਗਾ ਕਿ ਬਿਲਕੁਲ ਉਹ ਦਲਿਤ ਲੀਡਰਾਂ ਨੂੰ ਸਾਰਿਆਂ ਨੂੰ ਜਿਹਨਾਂ ਨੁਮਾਇੰਦਗੀ ਦਿੱਤੀ ਹੈ ਉਹਨਾਂ ਨੇ ਦਾ ਆਪਣੇ ਵਰਗ ਲਈ ਹੈ ਜਿਹੜਾ ਉਹ ਕੰਮ ਕੀਤਾ। ਕਿ ਜਿਵੇਂ ਗਿਆਸਪੁਰਾ ਸਾਹਿਬ ਨੇ ਕਿਹਾ ਵੀ ਜਿਹੜਾ ਲੱਤਾਂ ਖਿੱਚਣ ਦਾ ਥੋੜਾ ਜਿਹਾ ਜਿਹੜਾ ਰਿਵਾਜ ਆ ਉਹ ਬਿਲਕੁਲ ਉਹਦੇ 'ਤੇ ਹਟਣਾ ਚਾਹੀਦਾ। ਅੱਛਾ, ਤੇ ਗਿਆਸਪੁਰਾ ਸਾਹਿਬ ਮੇਰਾ ਸਵਾਲ ਇਹ ਹੈ ਜੀ ਵੀ ਜਿਵੇਂ ਪਾਰਟੀਆਂ ਨੇ, ਪਾਰਟੀਆਂ ਦੇ ਵਿੱਚ ਜਿਵੇਂ ਤੁਸੀਂ ਗੱਲ ਕਰਦੇ ਸੀ ਜਿਹੜਾ ਪਾਰਟੀ ਬਦਲਣ ਦਾ ਇੱਕ ਹੁੰਦਾ ਨਾ ਵੀ ਪਾਰਟੀ ਤੁਸੀਂ ਬਦਲੋ, ਪਾਰਟੀ ਬਦਲਣ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇਗੇ? ਵੀ ਇੱਕ ਕਾਰਨ ਤਾਂ ਸਪਸ਼ਟ ਆ ਜਿਹੜਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ, ਉਹ ਤੁਹਾਨੂੰ ਵੀ ਪਤਾ ਜੀ, ਹੈ ਨਾ। ਹੋਰ ਕੀ ਕਾਰਨ ਹੋ ਸਕਦਾ ਵੀ ਪਾਰਟੀ, ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹ ਕਿਉਂ ਜਾਂਦੇ ਨੇ ਜੀ? ਮੈਂ ਤਾਂ ਤੁਹਾਨੂੰ ਉਹੀ ਕਿਹਾ ਨਾ ਕਿ ਅੱਜ ਤੱਕ ਜੇ ਅਗਰ ਮੰਨ ਲਓ ਕੋਈ ਆਈਡੀਓਲੋਜੀ ਜਾਂਦਾ, ਉਹਦੀ ਆਈਡੀਓਲੋਜੀ ਉਸ ਪਾਰਟੀ ਨਾਲ ਮੈਚ ਨਹੀਂ ਕਰਦੀ, ਹਾਂਜੀ, ਹੈ ਨਾ,
ਤੇ ਜੇ ਉਹ ਆਪਣੇ ਸਮਾਜ ਦਾ ਭਲਾ ਨਹੀਂ ਕਰ ਪਾਉਂਦਾ ਤਾਂ ਡੈਫੀਨੇਟਲੀ ਅਗਲਾ ਸੋਚਦਾ ਕਿ ਮੈਂ ਆਪਣੇ ਸਮਾਜ ਦਾ ਕਿੱਥੇ ਭਲਾ ਕਰ ਸਕਦਾ, ਕਿੱਥੇ ਰਹਿ ਕੇ ਕਰ ਸਕਦਾ। ਹਾਂਜੀ ਹਨਾ, ਇੱਕ ਤਾਂ ਇਹ ਕਾਰਨ ਹੋ ਸਕਦਾ। ਦੇਖੋ ਕਈ ਤਰ੍ਹਾਂ ਦੇ ਕਾਰਨ ਨੇ, ਹਰ ਬੰਦੇ ਦਾ ਇਸ ਦੇ ਲਈ ਆਪਣਾ ਵੱਖੋ ਵੱਖਰਾ, ਆਪਾਂ ਇਹਦੇ ਲਈ ਕੋਈ ਇੱਕ ਸੈੱਟ ਪ੍ਰਿੰਸੀਪਲ ਨਹੀਂ ਬਣਾ ਸਕਦੇ, ਕੋਈ ਸੈੱਟ ਪੈਮਾਨਾ ਨਹੀਂ ਬਣਾ ਸਕਦੇ ਕਿ 2 ਗੁਣਾ 2 4, ਆਪਾਂ ਇਦਾਂ ਦਾ ਕੋਈ ਫਾਰਮੂਲਾ ਨਹੀਂ ਇਹਦੇ 'ਚ ਲਾ ਸਕਦੇ। ਇਹਦੇ 'ਚ ਹਰ ਬੰਦੇ ਦੀਆਂ ਕੰਡੀਸ਼ਨਸ ਨੇ, ਉਹ ਉਦੋਂ ਕੀ ਕੰਡੀਸ਼ਨ ਨੇ, ਕਿਉਂ ਛੱਡ ਰਿਹਾ ਹੈ ਨਾ, ਅੱਗੇ ਉਹਨੂੰ ਕੀ ਮਿਲ ਰਿਹਾ, ਜਾਂ ਉਹ ਇੱਕ ਕੀ ਕੋਈ ਵਿੱਤੀ ਲਾਭ ਕਰਕੇ ਛੱਡ ਰਿਹਾ, ਆਪਣੇ ਨਿੱਜੀ ਲਾਭ ਲਈ ਛੱਡ ਰਿਹਾ, ਜਾਂ ਉਹ ਪਬਲਿਕ ਦੇ ਆਪਣੇ ਸਮਾਜ ਦੀ ਭਲਾਈ ਦੇ ਲਈ ਕੁਝ ਕਰਨਾ ਚਾਹ ਰਿਹਾ। ਇੱਕ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ, ਇਹਨੂੰ ਤੁਸੀਂ ਕਿਸੇ ਇੱਕ ਫਰੇਮ ਦੇ ਵਿੱਚ ਫਿੱਟ ਨਹੀਂ ਕਰ ਸਕਦੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਦੋਂ ਬੰਦਾ ਕੋਈ ਪਾਰਟੀ ਛੱਡਦਾ, ਤੇ ਮੈਨੂੰ ਲੱਗਦਾ ਕਿ ਜਿਹੜੇ ਛੱਡ ਕੇ ਗਏ ਨੇ ਉਹੀ ਇਸ ਗੱਲ ਦਾ ਬਿਹਤਰ ਜਵਾਬ ਦੇ ਸਕਦੇ ਨੇ। ਅੱਛਾ, ਤੇ ਇੱਕ ਹੋਰ ਸਵਾਲ ਹੈ ਜੀ ਸਾਡਾ ਵੀ ਜਿਹੜੇ ਪੈਲ ਹਲਕੇ ਦੇ ਜਿਹੜੇ ਲੋਕ ਨੇ, ਕਿਉਂਕਿ ਇੱਥੇ ਇੱਕ ਬਹੁਤ ਜਿਹੜੀ ਸ਼ਕਤੀਸ਼ਾਲੀ ਰਾਜਨੀਤਿਕ ਪਾਰਟੀ ਦਾ ਨਾ ਬਹੁਤ ਟਾਈਮ ਤੋਂ ਦਬਦਬਾ ਜਿਹੜਾ ਉਹ ਰਿਹਾ, ਇਹ ਕਿਸੇ ਇਹ ਦੌਰਾਂ ਦਾ ਨਹੀਂ ਹੈਗੀਆਂ, ਨਾ ਇਹ ਗੱਲ ਦੇ ਵਿੱਚ ਕੋਈ ਸ਼ੱਕ ਆ। ਹਾਲਾਂਕਿ ਸਰਕਾਰ ਬਣੀ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਇੰਨੇ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਤਾਲਮੇਲ ਆ ਜੀ ਇਲਾਕੇ ਦੇ ਲੋਕਾਂ ਨਾਲ ਬੈਠ ਗਿਆ, ਜਾਂ ਹਾਲੇ ਵੀ ਜਿਹੜੀ ਮਾੜੀ ਮੋਟੀ ਜਿਹੜੀ ਉਹ ਸਮੱਸਿਆ ਜਿਹੜੀ ਉਹ ਆ ਰਹੀ ਹੈ ਜੀ? ਨਹੀਂ, ਦੇਖੋ ਮੇਰੇ ਹਲਕੇ ਦੇ ਵਿੱਚ 106 ਪਿੰਡ ਨੇ, 3 ਨਗਰ ਕੌਂਸਲਾਂ ਨੇ। ਹਾਂਜੀ। ਤਕਰੀਬਨ ਹਲਕੇ ਦੇ ਹਰ ਘਰ ਦੇ ਵਿੱਚ, ਹਾਂਜੀ, ਹਰ ਘਰ 'ਚ, ਸਾਰੇ ਪਿੰਡਾਂ ਦੇ ਹਰ ਘਰ 'ਚ, ਸਾਰੀਆਂ ਨਗਰ ਕੌਂਸਲਾਂ ਦੇ ਹਰ ਘਰ ਦੇ ਵਿੱਚ ਮੈਂ ਪਰਸਨਲੀ ਜਾ ਕੇ ਉਹਨਾਂ ਦਾ ਕੁੰਡਾ ਖੜਕਾਇਆ, ਪਰਸਨਲੀ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਗਿਆ ਹਾਂ। ਹਾਂਜੀ, ਹਰੇਕ ਬੰਦੇ ਨੂੰ ਤਕਰੀਬਨ ਮੈਂ ਜਾਣਦਾ, ਔਰ ਅਸੀਂ ਲਗਾਤਾਰ ਪ੍ਰਸ਼ਾਸਨਿਕ ਸੁਧਾਰ ਦੇ ਲਈ, ਮੈਨੂੰ ਲੱਗਦਾ ਕਿ ਜੋ ਅਸੀਂ ਹਲਕੇ ਦੇ ਵਿੱਚ ਕਰ ਰਹੇ ਹਾਂ 75 ਸਾਲਾਂ 'ਚੋਂ ਨਾ ਕਿਸੇ MLA ਨੇ ਕੀਤਾ ਹੋਣਾ, ਤੇ ਨਾ ਸਾਲ ਦੇ ਵਿੱਚ ਵੀ ਕਿਸੇ ਹੋਰ ਹਲਕੇ ਦੇ MLA ਨੇ ਕੀਤਾ ਹੋਣਾ। ਮੈਨੂੰ ਇਸ ਗੱਲ ਦੀ ਵੀ ਆਪਣੇ ਆਪ ਤੇ ਮਾਣ ਆ ਕਿ ਅਸੀਂ ਹਰੇਕ ਮਹੀਨੇ ਜਿੰਨੇ ਵੀ ਸਾਡੇ ਡਿਪਾਰਟਮੈਂਟ ਨੇ, ਹਰ ਡਿਪਾਰਟਮੈਂਟ ਦੀ ਸਮੀਖਿਆ ਕਰਦੇ ਹਾਂ। ਹਰ ਡਿਪਾਰਟਮੈਂਟ ਨੂੰ ਮੈਂ ਆਪ ਟਾਰਗੇਟ ਦਿੰਦਾ, ਹਰ ਡਿਪਾਰਟਮੈਂਟ ਦੇ ਨਾਲ ਆਪ ਤਾਲਮੇਲ ਕਰੀਦਾ, ਕਿਉਂਕਿ ਮੈਂ ਆਪ ਖੁਦ GM ਤੱਕ ਮੈਂ ਜੌਬ ਕੀਤੀ ਆ, ਪੜ੍ਹੇ ਲਿਖੇ ਆ, 3 ਡਿਗਰੀਆਂ ਨੇ ਸਾਡੇ ਕੋਲ। ਹਰ ਡਿਪਾਰਟਮੈਂਟ ਦੀ ਆਪ ਮੋਨੀਟਰਿੰਗ ਕਰਦੇ ਹਾਂ। ਰਹੀ ਗੱਲ ਲੋਕਾਂ ਦੀ, ਅਸੀਂ ਸਵੇਰ ਤੋਂ ਲੈ ਕੇ ਸਵੇਰੇ 8 ਵਜੇ ਦਫ਼ਤਰ ਆ ਜਾਂਦੇ ਹਾਂ, ਰਾਤ ਨੂੰ 9 ਵਜਣ 10 ਵਜਣ ਆਪਣੇ ਦਫ਼ਤਰ 'ਚ ਹੀ ਰਹਿੰਦੇ ਹਾਂ। ਦੁਪਹਿਰ ਵੇਲੇ ਭੋਗਾਂ ਦੇ ਟਾਈਮ ਆ, ਭੋਗਾਂ 'ਤੇ ਲੋਕਾਂ ਦੇ ਜਾਂਦੇ ਹਾਂ, ਘਰਾਂ 'ਚ ਜਾਂਦੇ ਹਾਂ, ਔਰ ਅਸੀਂ 15 ਦਿਨਾਂ ਦੇ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਲੈਂਦੇ ਹਾਂ ਕਿ ਅੱਜ ਮਲੌਦ ਬਲਾਕ ਦੇ ਵਿੱਚ, ਜਾਂ ਅੱਜ ਰਾੜਾ ਸਾਹਿਬ ਬਲਾਕ ਦੇ ਵਿੱਚ, ਜਾਂ ਅੱਜ ਰੌਣੀ ਬਲਾਕ ਦੇ ਵਿੱਚ, ਜਾਂ ਉਧਰ ਰਾਮਪੁਰ ਸਾਈਡ 'ਤੇ, ਅਸੀਂ ਉੱਥੇ ਸਾਰੇ ਹੀ ਅਫਸਰਾਂ ਨੂੰ, ਚਾਹੇ ਤੁਸੀਂ ਲਾ ਲਓ ਕਿ ਤਹਿਸੀਲ ਭਲਾਈ ਅਫਸਰ ਹੋ ਜਾਵੇ, ਚਾਹੇ CDPO ਹੋ ਜਾਵੇ, ਚਾਹੇ BDPO ਹੋ ਜਾਵੇ, ਆਪਣੇ ਸਾਡੇ ਤਹਿਸੀਲਦਾਰ ਹੋ ਜਾਣ, ਸਾਡੇ SDM ਹੋ ਜਾਣ, ਡਰੇਨੇਜ ਵਾਲੇ ਹੋ ਜਾਣ, ਸਾਡੇ ਐਗਰੀਕਲਚਰ ਵਾਲੇ, ਸਾਡਾ ਪੁਲਿਸ ਵਿਭਾਗ, ਸਾਰੇ ਵਿਭਾਗਾਂ ਨੂੰ ਇੱਕ ਛੱਤ ਹੇਠ ਬਿਠਾ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਅਸੀਂ ਇੱਕ ਲੋਕਾਂ ਨੂੰ, ਸਰਕਾਰ ਤੁਹਾਡੇ ਦੁਆਰ, ਅਸੀਂ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਹਾਂ, ਤਾਂ ਕਿ ਜਿਹੜੇ ਆਮ ਗਰੀਬ ਲੋਕ ਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਧੱਕੇ ਨਾ ਖਾਣੇ ਪੈਣ। ਇਸ ਤੋਂ ਇਲਾਵਾ ਸਾਡੇ 3 ਨਗਰ ਕੌਂਸਲਾਂ ਨੇ, ਤਿੰਨੋਂ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਨੇ। ਹਰੇਕ ਵੀਰਵਾਰ ਮੈਂ ਮਲੌਦ ਦੇ ਵਿੱਚ ਬੈਠਦਾ, ਔਰ ਬਾਕੀ ਦਿਨ ਜਿਹੜਾ ਹੈਗਾ ਮੈਂ ਪੈਲ ਦੇ ਵਿੱਚ ਬੈਠਦਾ, ਸ਼ਾਮ ਨੂੰ ਜਾ ਕੇ ਡੇਲੀ ਦਰਾਹੇ ਦੇ ਵਿੱਚ ਬੈਠਦੇ ਹਾਂ, ਤਾਂ ਕਿ ਜਿਹੜੇ ਉਸ ਏਰੀਏ ਦੇ ਲੋਕ ਨੇ ਉਹਨਾਂ ਨੂੰ ਵੀ ਜ਼ਿਆਦਾ ਪੈਟਰੋਲ ਫੂਕ ਕੇ ਮੇਰੇ ਕੋਲ ਆਉਣ ਦੀ ਖੇਚਲ ਨਾ ਕਰਨੀ ਪਵੇ। ਅਸੀਂ ਉਹਨਾਂ ਦੇ ਜਾ ਕੇ ਕੰਮ ਕਰਾਈਏ, ਕਿਉਂਕਿ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ। ਇੱਕ ਵਾਰ ਫੇਰ ਕਹਿਣਾ ਕਿ ਲੋਕਾਂ ਨੇ ਮੇਰੇ ਸਿਰੇ ਕਰਜ਼ਾ ਚਾੜਿਆ ਇੱਕ ਪਾ ਕੇ ਵੋਟ, ਔਰ ਇਸ ਤਰੀਕੇ ਕਰਨ ਨਾਲ ਮੈਂ ਕੋਈ ਆਸਾਨ ਨਹੀਂ ਕਰ ਰਿਹਾ, ਉਹਨਾਂ ਦਾ ਬਸ ਉਹ ਦਿੱਤਾ ਹੋਇਆ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਤਮਾ ਕਰੇ ਕਿ ਮੈਂ ਉਹਨਾਂ ਦੇ ਕਿਸੇ ਵੀ ਕੰਮ ਆ ਸਕਾਂ, ਔਰ ਸਾਡੇ ਇਸ ਦਫ਼ਤਰ ਦੇ ਵਿੱਚ ਕਿ ਅਸੀਂ ਕਿਸੇ ਦੇ ਨਾਲ ਵੀ ਇਹ ਨਹੀਂ ਚੈੱਕ ਕਰੀਦਾ ਕਿ ਅਕਾਲੀ ਦਲ ਦਾ, ਇਹ ਕਾਂਗਰਸ ਦਾ, ਜਾਂ ਕਿਹੜੀ ਪਾਰਟੀ ਦਾ, ਜਿਹੜੀ ਮਰਜ਼ੀ ਪਾਰਟੀ ਦਾ। ਜਿਵੇਂ ਭਾਈ ਕਨ੍ਹਈਆ ਜੀ ਨੇ ਹਰੇਕ ਦੇ ਨਾਲ ਵਿਤਕਰਾ ਛੱਡ ਕੇ ਹਰ ਬੰਦੇ ਨੂੰ ਪਾਣੀ ਪਿਲਾਉਣ ਦੀ ਗੁਰੂ ਸਾਹਿਬ ਨੇ ਸੇਵਾ ਲਾਈ, ਤੇ ਜਦੋਂ ਭਾਈ ਕਨ੍ਹਈਆ ਜੀ ਦੀ ਕੰਪਲੇਂਟ ਹੋਈ ਗੁਰੂ ਜੀ ਸਾਹਿਬ ਕੋਲ, ਤੇ ਫਿਰ ਗੁਰੂ ਸਾਹਿਬ ਨੂੰ ਜਦੋਂ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਪ੍ਰਮਾਤਮਾ ਮੈਨੂੰ ਤਾਂ ਦਿਖਦਾ ਹੀ ਨਹੀਂ ਕਿ ਕੌਣ ਮੁਸਲਮਾਨ ਆ, ਕੌਣ ਸਿੱਖ ਆ, ਮੈਨੂੰ ਤਾਂ ਸਿਰਫ ਪਿਆਸਾ ਲੱਗਦਾ, ਤੁਸੀਂ ਪਿਆਸੇ ਨੂੰ ਪਾਣੀ ਪਿਲਾਉਣ ਨਹੀਂ ਕਿਹਾ ਸੀ, ਮੈਂ ਪਾਣੀ ਪਿਲਾਈ ਜਾਂਦਾ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਲਮ ਪੱਟੀ ਦੀ ਵੀ ਸੇਵਾ ਦਿੱਤੀ। ਇਸੇ ਤਰੀਕੇ ਦੇ ਨਾਲ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਪ੍ਰਮਾਤਮਾ ਨੇ, ਰੱਬ ਨੇ ਸਾਨੂੰ MLA ਬਣਾਇਆ, ਤੇ MLA ਅਸੀਂ ਆਮ ਲੋਕਾਂ ਦੇ ਲਈ ਬਣੇ ਆ।
ਕਦੇ ਵੀ ਕਿਸੇ ਦੇ ਨਾਲ ਭੇਦਭਾਵ ਨਹੀਂ ਕਰੀਦਾ। ਕਿਸੇ ਬੰਦੇ ਦੇ ਉੱਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਪਿਛਲੇ ਸਾਲ ਦੇ ਵਿੱਚ ਕੋਈ ਜਿਹੜਾ ਹੈਗਾ ਸਾਡੇ ਇਲਾਕੇ ਦੇ ਵਿੱਚ ਲੜਾਈ ਝਗੜੇ ਦੀਆਂ ਕਿਸੇ ਦੇ ਖਿਲਾਫ ਅਸੀਂ ਕੋਈ FIR ਨਹੀਂ ਕਰਾਈਆਂ, ਲੋਕਾਂ ਦੇ ਨਾਲ ਕੋਈ ਕਿਹੜਾ ਨਹੀਂ ਕੱਢ ਰਹੇ। ਔਰ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ, ਪਿੰਡਾਂ ਦੇ ਵਿੱਚ ਧੜੇਬੰਦੀਆਂ ਖਤਮ ਹੋ ਗਈਆਂ। ਅੱਗੇ ਕੀ ਸੀ ਕਿ ਅਕਾਲੀ ਉਂਗਲ ਲਾਉਂਦੇ ਸੀ ਬੰਦਿਆਂ ਨੂੰ, ਉਧਰ ਕਾਂਗਰਸੀ ਲਾਉਂਦੇ ਸੀ, ਲੋਕਾਂ ਨੂੰ ਆਪਸ 'ਚ ਲੜਾ ਕੇ ਥਾਣਿਆਂ 'ਚ ਜਾ ਕੇ ਸੈਟਿੰਗਾਂ ਕਰਕੇ ਆਪਣੀਆਂ ਜੇਬਾਂ ਭਰਦੇ ਸੀ। ਉਹ ਜੇਬਾਂ ਭਰਨ ਵਾਲਾ ਜਿਹੜਾ ਕਨਸੈਪਟ ਆ ਉਹ ਬਿਲਕੁਲ ਅਸੀਂ ਖਤਮ ਕਰ ਦਿੱਤਾ। ਆਮ ਲੋਕਾਂ ਦੇ ਵਿੱਚ ਇੱਕ ਪਾਰਦਰਸ਼ਤਾ ਵਾਲਾ ਮਾਹੌਲ ਲੈ ਕੇ ਆਂਦਾ। ਲੋਕਾਂ ਨੂੰ ਬੜੀ ਖੁਸ਼ੀ ਹੈ ਕਿ ਜੱਦੀ ਸਰਕਾਰ ਆਈ ਆ, ਉਹਨਾਂ ਦੇ ਬਿਜਲੀ ਦੇ ਬਿੱਲ ਹੀ ਆਉਣੇ ਜ਼ੀਰੋ ਹੋ ਗਏ। ਹਰੇਕ ਪਰਿਵਾਰ ਦੇ ਵਿੱਚ 2-2 3-3 ਹਜ਼ਾਰ ਰੁਪਈਏ ਦਾ ਬੈਨੀਫਿਟ ਹੋਣਾ ਸ਼ੁਰੂ ਹੋ ਗਿਆ। ਤੇ ਇਹ ਜਿਹੜੀਆਂ ਗੱਲਾਂ ਨੇ ਸਰਕਾਰ ਦੀਆਂ ਬਹੁਤ ਸਾਰੀਆਂ ਅੱਛੀਆਂ ਗੱਲਾਂ ਨੇ, ਜਿਹੜੀਆਂ ਕਿ ਲੋਕ ਭਲਾਈ ਦੇ ਜਿਹੜੇ ਕੰਮ ਨੇ ਉਹ ਅਸੀਂ ਲਗਾਤਾਰ ਕਰ ਰਹੇ ਹਾਂ। ਸਾਡੇ ਵੀ ਇੱਥੇ ਸਕੂਲ ਆਫ ਐਮੀਨੈਂਸ ਇੱਕ ਬਹੁਤ ਸੋਹਣਾ ਸੁੰਦਰ ਸਕੂਲ ਬੱਚਿਆਂ ਦੀ ਪੜ੍ਹਾਈ ਲਈ ਬਣ ਰਿਹਾ। ਔਰ ਮੈਂ ਆਪਣੇ ਹਲਕੇ ਦੇ ਬੱਚਿਆਂ ਨੂੰ ਉਹਨਾਂ ਦੀ ਹਰ ਸਰਬਪੱਖੀ ਡਿਵੈਲਪਮੈਂਟ ਦੇ ਲਈ, ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ, ਮੈਨੂੰ ਪਤਾ ਕਿ ਉਹ ਸਾਡੇ ਪਰਿਵਾਰਾਂ ਦੇ ਬੱਚੇ ਨੇ, ਉਹਨਾਂ ਨੂੰ ਮੈਂ IT ਪਾਰਕਾਂ ਦੇ ਵਿੱਚ ਵੱਖ-ਵੱਖ ਵੱਡੀਆਂ ਕੰਪਨੀਆਂ ਦੇ ਵਿੱਚ ਮੈਂ ਲੈ ਕੇ ਜਾਂਦਾ ਉਹਨਾਂ ਨੂੰ ਟ੍ਰੇਨਿੰਗ ਦੇ ਤੌਰ ਤੇ ਫਿਰ ਉਹਨਾਂ ਨੂੰ ਦੱਸੀਦਾ ਕਿ ਬੇਟਾ ਇੱਥੇ ਜਿਹੜੇ ਬੰਦੇ ਕੰਮ ਕਰਦੇ ਨੇ ਇਹਨਾਂ ਦੀ ਤਨਖਾਹ ਕਿੰਨੀ ਆ, 1.5 ਲੱਖ 2 ਲੱਖ। ਤੁਹਾਨੂੰ ਕੈਨੇਡਾ ਜਾਣ ਦੀ ਲੋੜ ਨਹੀਂ। ਜੇ ਤੁਸੀਂ ਚੰਗੇ ਪੜ੍ਹ ਲਿਖ ਕੇ ਕੋਈ ਮਾਹਰ ਬਣੋਗੇ ਤਾਂ ਇੱਥੇ ਹੀ ਸਾਡੇ ਪੰਜਾਬ ਦੇ ਵਿੱਚ ਹੀ ਰਹਿ ਕੇ ਤੁਸੀਂ 1.5 2 ਲੱਖ 3 ਲੱਖ ਰੁਪਈਆ ਤਨਖਾਹ ਲੈ ਸਕਦੇ ਹੋ। ਬੱਚਿਆਂ ਦਾ ਜਦੋਂ ਮਾਈਂਡ ਖੁੱਲ੍ਹਦਾ ਕਿ 20 ਲੱਖ ਰੁਪਈਆ 30 ਲੱਖ ਰੁਪਈਆ ਲਾ ਕੇ ਅਸੀਂ ਕੈਨੇਡਾ ਜਾਣ ਨਾਲੋਂ ਜੇ ਅਸੀਂ ਚੰਗੇ ਪੜ੍ਹ ਲਿਖ ਕੇ ਇਸੇ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰੀਏ ਤਾਂ ਸਾਨੂੰ ਇੱਥੇ ਹੀ ਪੈਸੇ ਬੜੇ ਨੇ। ਇਹ ਚੀਜ਼ਾਂ ਲੋਕਾਂ ਨੂੰ ਅੱਜ ਜਵਾਕ ਬੱਚਿਆਂ ਨੂੰ ਵੀ ਸਾਨੂੰ ਇਨਕਰੇਜ ਕਰਨ ਦੀ ਲੋੜ ਹੈ ਔਰ ਨੌਜਵਾਨਾਂ ਨੂੰ ਵੀ ਇਨਕਰੇਜ ਕਰਨ ਦੀ ਲੋੜ ਹੈ। ਬਿਲਕੁਲ ਜੀ। ਮਨਵਿੰਦਰ ਸਿੰਘ ਗਿਆਸਪੁਰਾ ਜੀ ਨੇ ਜਿਹੜੀਆਂ ਆਪਣੇ ਹਲਕੇ ਦੇ ਲੋਕਾਂ ਬਾਰੇ ਤੇ ਉਹਨਾਂ ਨੂੰ ਕੁਝ ਸੁਝਾਅ ਨੇ, ਜਿਹੜੀਆਂ ਗੱਲਾਂ ਦਿੱਤੀਆਂ ਵਾਕਈ ਨੇ ਕਮਾਲ ਦੀਆਂ ਨੇ। ਸਰ ਮੈਂ ਇੱਕ ਨਾ ਆਰਟੀਕਲ ਪੜ੍ਹਿਆ ਸੀ ਤੁਹਾਡੇ ਬਾਰੇ, ਉਹਦੇ ਵਿੱਚ ਇਹ ਲਿਖਿਆ ਸੀ ਜਦੋਂ ਜਿਹੜੀ ਤੁਹਾਡੀ ਹੋਣ ਚੱਲੜ ਬਾਰੇ ਜਦੋਂ ਜਿਹੜੀ ਲੜਾਈ ਸੀ ਉਹ ਇਹਦੇ ਬਾਰੇ ਜਿਹੜੀ ਜੰਗ ਸੀ ਤੁਹਾਡੀ ਜਾਰੀ ਹੋਈ ਵੀ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਸੀ ਉਸ ਟਾਈਮ ਇੰਜੀਨੀਅਰ ਸੀ ਤੇ ਇਹਨਾਂ ਦੀ ਜਿਹੜੀ ਤਨਖਾਹ ਸੀ ਲੱਖ ਰੁਪਏ ਤੋਂ ਉੱਪਰ ਸੀ ਹੈ ਨਾ ਜੀ। ਇੱਕ ਆਮ ਇਨਸਾਨ ਸੀ ਜਿਹੜਾ ਇੱਕ ਆਮ ਘਰ ਦਾ ਜਿਹੜਾ ਮੁੰਡਾ ਸੀਗਾ, ਉਹਨਾਂ ਨੇ ਫਿਰ ਵੀ ਕਿੱਡੀ ਵੱਡੀ ਜਿਹੜੀ ਸੀ ਜੰਗ ਆ ਉਹ ਜਿਹੜੀ ਲੜੀ। ਅੱਜ ਦੇ ਸਮੇਂ ਦੇ ਵਿੱਚ ਆਮ ਇਨਸਾਨ ਲਈ ਰਾਜਨੀਤੀ ਦਾ ਕੀ ਅਰਥ ਹੈ ਜੀ? ਬਿਲਕੁਲ ਸਧਾਰਨ ਸ਼ਬਦਾਂ ਵਿੱਚ ਆਮ ਲੋਕਾਂ ਲਈ ਰਾਜਨੀਤੀ ਦਾ ਕੀ ਅਰਥ ਰਹਿ ਗਿਆ ਜੀ? ਦੇਖੋ, ਜੇ ਅਸੀਂ ਬੱਚਿਆਂ ਨੂੰ ਨਾ ਸਟੂਡੈਂਟਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ ਕੀ ਬਣਨਾ, ਅੱਜ ਤੱਕ ਕਿਸੇ ਵੀ ਬੱਚੇ ਨੇ ਇਹ ਨਹੀਂ ਕਿਹਾ ਕਿ ਮੈਂ ਰਾਜਨੇਤਾ ਬਣਨਾ, ਮੈਂ ਨੇਤਾ ਬਣਨਾ। ਬਿਲਕੁਲ ਜੀ, ਬਿਲਕੁਲ। ਮੰਨ ਲਓ ਤੁਸੀਂ ਕਿਸੇ ਬੱਸ 'ਚ ਜਾ ਰਹੇ ਹੋ, ਕੋਈ ਬੰਦਾ ਕਿਸੇ ਕੁੜੀ ਨੂੰ ਛੇੜ ਰਿਹਾ, ਹਾਂਜੀ, ਤੁਸੀਂ ਉਸ ਕੁੜੀ ਦੀ ਮਦਦ ਕਰ ਰਹੇ ਹੋ ਤੇ ਉਹਦੇ ਨਾਲ ਦੇ ਜਿਹੜਾ ਛੇੜਨ ਵਾਲਾ ਮਸਟੰਡੇ ਕਹਿਣਗੇ ਤੂੰ ਵੱਡਾ ਨੇਤਾ ਬਣਨਾ। ਹਾਂਜੀ, ਜਾਣੀ ਕਿ ਰਾਜਨੀਤੀ ਦਾ ਅੱਜ ਇੱਥੇ ਮਤਲਬ ਪੁਆੜੇ ਪਾਉਣ ਵਾਲਾ ਲੋਕਾਂ ਦੇ ਦਿਮਾਗ ਦੇ ਵਿੱਚ ਆ, ਹੈ ਨਾ। ਇਹ ਜਿਹੜੀ ਇੱਕ ਕਨਸੈਪਟ ਲੋਕਾਂ ਦੇ ਮਨ 'ਚ ਬਿਠਾਇਆ ਹੋਇਆ। ਦੂਜਾ, ਇੱਕ ਰਾਜਨੀਤਾ ਪ੍ਰਤੀ ਲੋਕਾਂ ਦੀ ਇੱਕ ਨਫ਼ਰਤ ਵੀ ਅੱਜ ਲੋਕਾਂ 'ਚ ਕਿ ਜੇ ਕੋਈ ਸਭ ਤੋਂ ਵੱਧ ਕ੍ਰਿਮੀਨਲ ਨੇ ਤੇ ਉਹ ਰਾਜਨੇਤਾ ਨੇ, ਜੇ ਸਭ ਤੋਂ ਵੱਧ ਭ੍ਰਿਸ਼ਟ ਨੇ ਤਾਂ ਰਾਜਨੇਤਾ ਨੇ। ਇਹ ਇੱਕ ਲੋਕਾਂ ਨੇ ਮਨ ਦੇ ਵਿੱਚ ਕਨਸੈਪਟ ਵੀ ਬਣਾਇਆ ਹੋਇਆ। ਪਰ ਮੈਂ ਇਹ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਰਾਜਨੀਤੀ ਜਿਹੜੀ ਹੈ ਸਭ ਤੋਂ ਵਧੀਆ ਰਸਤਾ ਵਾ ਜੇ ਤੁਸੀਂ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹੋ। ਇਸ ਤੋਂ ਵੱਡਾ ਹੋਰ ਕੋਈ ਰਸਤਾ ਨਹੀਂ ਹੋ ਸਕਦਾ। ਅੱਜ ਮੈਂ ਵੀ ਕਈ ਬੱਚਿਆਂ ਦੇ ਸਕੂਲਾਂ ਦੇ ਵਿੱਚ, ਮੈਂ ਕਾਲਜ ਦੇ ਵਿੱਚ ਪਿੱਛੇ ਜੇ ਰਾੜਾ ਸਾਹਿਬ ਕਾਲਜ 'ਚ ਬੱਚਿਆਂ ਨੂੰ ਗਿਆ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਭਾਈ ਤੁਸੀਂ ਕੀ ਬਣਨਾ ਚਾਹੁੰਦੇ ਹੋ? ਕਹਿੰਦੇ DC ਬਣਨਾ ਚਾਹੁੰਦੇ ਹੋ। ਮੈਂ ਕਿਹਾ ਸਾਡੇ ਦੇਸ਼ ਦੇ ਵਿੱਚ ਸਭ ਤੋਂ ਉੱਪਰ ਪੋਸਟ ਤੇ ਕਿਹੜਾ? ਕਹਿੰਦੇ ਪ੍ਰਧਾਨ ਮੰਤਰੀ। ਮੈਂ ਕਿਹਾ ਪ੍ਰਧਾਨ ਮੰਤਰੀ ਕਿਵੇਂ ਬਣਦਾ? ਕਹਿੰਦੇ ਰਾਜਨੇਤਾ ਬਣ ਕੇ। ਮੈਂ ਕਿਹਾ ਫਿਰ ਤੁਸੀਂ ਉਧਰ ਨੂੰ ਕਿਉਂ ਨਹੀਂ ਜਾਂਦੇ? ਕਿਉਂਕਿ ਅੱਜ ਜੇ ਅਸੀਂ ਆਪਣੇ ਬੱਚਿਆਂ ਦੇ ਵਿੱਚ ਰਾਜਨੀਤਿਕ ਚੇਤਨਾ ਲੈ ਕੇ ਆਉਣ ਦੇ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਰਾਜਨੀਤੀ ਦੀ ਸਮਝ ਹੋਵੇ। ਰਾਜਨੀਤੀ ਦੀ ਸਮਝ ਦਾ ਮਤਲਬ ਕੀ ਹੈ ਕਿ ਸਰਕਾਰ ਕੀ ਠੀਕ ਕਰ ਰਹੀ ਹੈ, ਕੀ ਗਲਤ ਕਰ ਰਹੀ ਹੈ, ਕੀ ਉਹਦੀਆਂ ਪਾਲਿਸੀਆਂ ਨੇ, ਕਿਹੜੀਆਂ ਪਾਲਿਸੀਆਂ ਲੋਕਾਂ ਪ੍ਰਤੀ ਗਲਤ ਨੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੀਆਂ ਪਾਲਿਸੀਆਂ ਠੀਕ ਨੇ, ਜਿਹੜੀਆਂ ਠੀਕ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ, ਜਿਹੜੀਆਂ ਪਾਲਿਸੀਆਂ ਗਲਤ ਨੇ ਉਹਨਾਂ ਦੇ ਖਿਲਾਫ ਬੋਲਣਾ ਤਾਂ ਕਿ ਸਰਕਾਰਾਂ ਠੀਕ ਕੰਮ ਕਰਨ। ਔਰ ਇਹ ਬਹੁਤ ਜ਼ਰੂਰੀ ਹੈ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਰਾਜਨੀਤਿਕ ਚੇਤਨਾ ਪੈਦਾ ਕਰਨ ਦੇ ਲਈ, ਕਿਉਂਕਿ ਸਰਕਾਰਾਂ ਨੇ ਰਾਜਨੀਤਿਕ ਚੇਤਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡੇ ਲੋਕ ਜਿਹੜੇ ਆ ਭੇਡਾਂ ਬਣੀਆਂ ਰਹਿਣ, ਬਸ ਪਿੱਛੇ ਚੱਲਣ, ਉਹ ਕੋਈ ਸਵਾਲ ਨਾ ਕਰਨ, ਕੋਈ ਜਵਾਬ ਨਾ ਕਰਨ। ਜੇ ਉਹ ਸਵਾਲ ਕਰਦੇ ਆ ਬੜੇ ਰਾਜਨੀਤਿਕ ਲੋਕਾਂ ਨੂੰ ਅਖੜਦੇ ਆ। ਅਤੇ ਇਸ ਲਈ ਅੱਜ ਸਾਨੂੰ ਸਾਡੇ ਨੌਜਵਾਨਾਂ ਦੇ ਵਿੱਚ, ਸਾਡੇ ਬੱਚਿਆਂ ਦੇ ਵਿੱਚ ਰਾਜਨੀਤਿਕ ਚੇਤਨਾ ਜਗਾਉਣ ਦੀ ਬਹੁਤ ਵੱਡੀ ਲੋੜ ਹੈ, ਜਿਹਦੇ ਲਈ ਕਿ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈ। ਬਿਲਕੁਲ ਸਰ।
ਜਿਹੜੇ ਸਰ ਗਰੀਬ ਵਿਦਿਆਰਥੀ ਨੇ ਹਨਾ, ਉਹਨਾਂ ਦੇ ਲਈ ਜਿਹੜੀ ਇੱਕ ਸਕਾਲਰਸ਼ਿਪ ਸਕੀਮ ਸੀ, ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਨਾ ਜਿਹੜਾ ਘਟਾਲਾ ਜਿਹੜਾ ਹੋਇਆ, ਅੱਜ ਵੀ ਜਿਹੜੇ ਉਹ ਸਕਾਲਰਸ਼ਿਪ ਜਿਹੜੀ ਸਕੀਮ ਆ, ਬੱਚੇ ਬਹੁਤ ਨੇ ਜਿਹੜੇ ਇਹੋ ਜਿਹੇ ਨੇ ਜਿਹੜੇ ਉਹ ਸਕੀਮ ਤੋਂ ਹਨਾ ਲਾਂਭੇ ਹੋ ਗਏ ਜਾਂ ਬਹੁਤ ਜਿਹਦਾ ਨੁਕਸਾਨ ਹੋਇਆ। ਜਿਹੜੇ ਬੰਦੇ ਇਸ ਘੁਟਾਲੇ ਦੇ ਵਿੱਚ ਫੜੇ ਗਏ, ਕੀ ਸਰਕਾਰ ਉਹਨਾਂ ਨੂੰ ਜਿਹੜੀ ਉਹ ਸਖਤ ਸਜ਼ਾ ਦਿਵਾਊਗੀ ਜੀ? ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਦਿਨੀ ਫੜਿਆ ਗਿਆ ਸੀ, ਉਹ ਇਸ ਘੁਟਾਲੇ ਦੇ ਦੋਸ਼ ਵਿੱਚ ਨਹੀਂ ਫੜਿਆ ਸੀ। ਹਾਂਜੀ, ਉਹਦੇ ਸਿਰਫ ਫੜਿਆ ਸੀ ਜੰਗਲਾਂ ਦੀ ਕਟਾਈ ਦੇ ਸੰਬੰਧ ਦੇ ਵਿੱਚ। ਅੱਛਾ ਜੀ। ਇਹਦੇ ਲਈ ਜਾਂਚ ਚੱਲ ਰਹੀ ਹੈ। ਮੇਰੀ ਉਮੀਦ ਹੈ ਸਾਨੂੰ, ਕਿਉਂਕਿ ਮੈਂ ਸਰਕਾਰ ਨੂੰ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਪੁੱਛਿਆ ਸੀ ਕਿ ਜਿਹੜਾ ਉਹ ਸਾਡੇ ਜਿਹੜੇ ਗਰੀਬ ਪਰਿਵਾਰ ਨੇ, ਗਰੀਬ ਬੱਚੇ ਨੇ, ਜਿਹੜੇ ਉਹਨਾਂ ਦਾ ਭਵਿੱਖ ਲੋਕ ਖਾ ਗਏ, ਉਹਨਾਂ ਲਈ ਕੀ ਕਰ ਰਹੇ ਹੋ? ਤੇ ਮੈਨੂੰ ਉਮੀਦ ਹੈ, ਆਸ ਹੈ ਕਿ ਜਿਹੜੇ ਉਹ ਲੋਕ ਨੇ ਜ਼ਰੂਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਾਨ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ, ਉਹਦੇ ਲਈ ਜਿਹੜੀ ਹੈਗੀ ਆ ਕਾਰਵਾਈ ਚੱਲ ਰਹੀ ਹੈ। ਇੱਦਾਂ ਦੇ ਲੋਕਾਂ ਨੂੰ, ਇਕੱਲੇ ਬੰਦੇ ਨੂੰ ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਖਾ ਗਏ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਊਗੀ। ਸਰ ਇੱਕ ਸਵਾਲ ਇਹ ਆ ਵੀ ਹਨਾ, ਦੇਖੋ ਜਿਹੜੇ ਤੁਹਾਡੇ ਇਲਾਕੇ ਦੇ ਲੋਕ ਨੇ ਨਾ, ਜਾਂ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹਨਾਂ ਨੂੰ ਤੁਹਾਡੀ ਸ਼ਖਸੀਅਤ ਬਾਰੇ ਜਿਹੜਾ ਉਹ ਚੰਗੀ ਤਰ੍ਹਾਂ ਪਤਾ। ਤੁਹਾਡੇ ਕੋਲੇ ਬਹੁਤ ਸਾਰੇ ਜਿਹੜੇ ਗਰੀਬਾਂ ਲਈ ਉਦੇਸ਼ ਹੋ ਸਕਦੇ ਨੇ, ਬਹੁਤ ਸਾਰੇ ਆਬਜੈਕਟਿਵਸ ਹੋ ਸਕਦੇ ਨੇ ਹਨਾ। ਗਰੀਬ ਵਿਦਿਆਰਥੀਆਂ ਲਈ, ਦਲਿਤ ਲੋਕਾਂ ਲਈ ਸਰਕਾਰ ਕੀ ਪ੍ਰੋਗਰਾਮ ਜਿਹੜੇ ਉਹ ਲੈ ਕੇ ਆ ਰਹੀ ਹੈ, ਤੇ ਤੁਸੀਂ ਸਰਕਾਰ ਨੂੰ, ਆਪਣੀ ਜਿਹੜੀ ਸਰਕਾਰ ਦੇ ਵਿੱਚ ਜਿਹੜੇ ਤੁਹਾਡੇ ਕੈਬਨਿਟ ਦੇ ਵਿੱਚ ਨੇ, ਤੁਸੀਂ ਉਹਨਾਂ ਨੂੰ ਕੀ ਸੁਝਾਅ ਦਿੰਦੇ ਹੋ, ਜਾਂ ਸਰਕਾਰ ਕੀ ਸਕੀਮ ਆ ਜਿਹੜੀ ਗਰੀਬ ਵਿਦਿਆਰਥੀਆਂ ਲਈ ਜਿਹੜੀ ਨਵੀਂ ਭਵਿੱਖ ਦੇ ਵਿੱਚ ਲੈ ਕੇ ਆ ਰਹੀ ਹੈ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਗਰੀਬ ਲੋਕ ਨੇ, ਉਹਨਾਂ ਦੇ ਲਈ ਸਰਕਾਰੀ ਸਕੂਲ ਨੇ। ਹਾਂਜੀ। ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਦਈਏ, ਹਾਂਜੀ, ਮੈਨੂੰ ਲੱਗਦਾ ਕਿ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਹਾਂਜੀ। ਹਨਾ, ਕਈ ਲੋਕ ਅੱਜ ਗੱਲ ਇਹ ਵੀ ਕਰ ਦਿੰਦੇ ਆ ਕਿ ਨੌਕਰੀ ਤਾਂ ਮਿਲਦੀ ਨਹੀਂ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਵੀ ਬਹੁਤ ਪੜ੍ਹੇ ਹਾਂ, ਕਈ ਡਿਗਰੀਆਂ ਨੇ ਸਾਡੇ ਕੋਲ, ਸਾਨੂੰ ਵੀ ਸਰਕਾਰੀ ਨੌਕਰੀ ਨਹੀਂ ਸੀ ਮਿਲੀ, ਪਰ ਫਿਰ ਵੀ ਪ੍ਰਾਈਵੇਟ ਅਸੀਂ ਉਹਨਾਂ ਸਮਿਆਂ 'ਚ ਲੱਖ ਰੁਪਈਆ ਮਹੀਨਾ ਲੈਂਦੇ ਰਹੇ ਹਾਂ। ਅਤੇ ਇਸ ਲਈ ਇਹ ਮੈਟਰ ਨਹੀਂ ਕਰਦਾ ਸਰਕਾਰੀ ਨੌਕਰੀ, ਕਿਉਂਕਿ ਸਰਕਾਰੀ ਨੌਕਰੀ ਤਾਂ ਸਿਰਫ 2% ਲੋਕਾਂ ਨੂੰ ਹੀ ਮਿਲਦੀ ਹੈ। ਕਈ ਲੋਕਾਂ ਦੇ ਵਿੱਚ ਇਹ ਵੀ ਗਲਤਫਹਿਮੀਆਂ ਹੁੰਦੀਆਂ ਨੇ ਵੀ ਸਾਰੀਆਂ ਰਿਜ਼ਰਵੇਸ਼ਨ ਵਾਲੇ ਹੀ ਸਰਕਾਰੀ ਨੌਕਰੀਆਂ ਲੈ ਜਾਂਦੇ ਆ, ਅਤੇ ਉਹ ਉਹਨਾਂ ਲਈ ਇੱਕ ਮਿਸਾਲ ਹੈ ਕਿ ਮੈਨੂੰ ਸਰਕਾਰੀ ਨੌਕਰੀ ਨਹੀਂ ਸੀ ਮਿਲੀ, ਮੈਂ ਪ੍ਰਾਈਵੇਟ 'ਚ ਲੱਖ ਰੁਪਈਆ ਲੈਂਦਾ ਸੀ, ਕਾਬਲੀਅਤ ਸੀ ਤਾਂ ਲੈਂਦਾ ਸੀ। ਅਤੇ ਦੂਸਰੀ ਗੱਲ ਇਹ ਵੀ ਹੈ ਕਿ ਸਰਕਾਰ ਸਕੂਲਾਂ ਨੂੰ ਵਧੀਆ ਬਣਾਉਣ ਦੇ ਲਈ ਲਗਾਤਾਰ ਕਰ ਰਹੀ ਹੈ। ਜਿਹੜੇ ਸਕੂਲ ਆਫ ਐਮੀਨੈਂਸ ਬਣਾ ਰਹੇ ਹਾਂ ਅਸੀਂ, ਉਹਨਾਂ ਸਕੂਲਾਂ ਦੇ ਵਿੱਚ ਹਰ ਵਿਸ਼ਾ ਹੋਊਗਾ, ਹਰ ਵਿਸ਼ਾ ਦੁਨੀਆ, ਔਰ ਉਸ ਤੋਂ ਬਾਅਦ ਉੱਥੇ ਟੀਚਰ ਜਿਹੜੇ ਆ ਪੂਰੇ ਹੋਣਗੇ, ਬੱਚਿਆਂ ਨੂੰ ਹਰ ਸੁਵਿਧਾ ਹੋਊਗੀ, ਔਰ ਉੱਥੇ ਬੱਚੇ ਜਿਹੜੇ ਪੜ੍ਹਨਗੇ, ਈਵਨ ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲੂਗੀ ਸਾਡੇ ਗਰੀਬ ਬੱਚਿਆਂ ਨੂੰ, ਔਰ ਉਹਨਾਂ ਨੂੰ 10ਵੀਂ ਤੋਂ ਬਾਅਦ ਕੋਈ ਨਾ ਕੋਈ ਕਿੱਤਾ ਮੁਖੀ ਜਿਹੜੀ ਗੱਲ ਹੈ ਉਹ ਸਕੂਲਾਂ ਦੇ ਵਿੱਚ ਸਿਖਾਈ ਜਾਊਗੀ। ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਸਾਡੇ ਗਰੀਬ ਬੱਚੇ ਨੇ, ਜਿਹੜੇ ਸਾਡੇ SC BC ਪਰਿਵਾਰਾਂ ਦੇ ਜਿਹੜੇ ਗਰੀਬ ਬੱਚੇ ਨੇ, ਉਹਨਾਂ ਦੇ ਵਿੱਚ ਜਦੋਂ ਚੰਗੇ ਪੜ੍ਹ ਲਿਖ ਜਾਣਗੇ ਤਾਂ ਉਹ ਆਪਣਾ ਜਿਹੜਾ ਹੈਗਾ ਕਾਰੋਬਾਰ ਕੋਈ ਸੈੱਟ ਕਰੂਗਾ, ਕੋਈ ਚੰਗੀਆਂ ਨੌਕਰੀਆਂ 'ਤੇ ਲੱਗੂਗਾ, ਅਤੇ ਜਿਹੜੀ ਉਹਨਾਂ ਦੀ ਗਰੀਬੀ ਆ ਉਹ ਦੂਰ ਹੋਊਗੀ। ਇਸ ਤੋਂ ਇਲਾਵਾ ਜਿਹੜੀ ਪੰਜਾਬ ਸਰਕਾਰ ਆ, ਉਹ ਪਿਛਲੇ ਦਿਨੀ ਜਿਹੜੇ ਸਾਡੇ, ਮੈਂ ਘਰਾਂ ਦੀ ਗੱਲ ਕੀਤੀ ਸੀ, ਉਹਦੇ ਲਈ ਵੀ ਕੋਈ ਸਕੀਮ ਜਿਹੜੀ ਆ ਉਹ ਜਲਦੀ ਲਾਂਚ ਕਰਨ ਜਾ ਰਹੀ ਆ, ਤਾਂ ਕਿ ਸਾਡੇ ਜਿਹੜੇ ਗਰੀਬ ਲੋਕ ਨੇ, ਜਿਹਨਾਂ ਦੀਆਂ ਛੱਤਾਂ ਵਾਕਿਆ ਹੀ ਟੁੱਟੀਆਂ ਹੋਈਆਂ ਨੇ, ਉਹਨਾਂ ਨੂੰ ਵੀ ਸਿਰ ਨੂੰ ਢੱਕਣ ਦੀ ਛੱਤ ਮਿਲ ਸਕੇ। ਤੀਜਾ ਜਿਹੜਾ ਸੀਗਾ, ਜਿਹੜੇ ਗਰੀਬ ਲੋਕ ਸੀਗੇ, ਉਹ ਤੁਹਾਨੂੰ ਪਤਾ ਕਿ ਵੱਡੇ ਬਿਜਲੀ ਦੇ ਬਿੱਲਾਂ ਤੋਂ ਦੁਖੀ ਸੀਗੇ, ਅਤੇ ਉਹਦੇ ਵਿੱਚ ਤਾਂ ਸਰਕਾਰ ਨੇ ਰਾਹਤ ਦੇ ਹੀ ਦਿੱਤੀ ਹੈ। ਚੌਥੀ ਗੱਲ ਜਿਹੜੀ ਇਹ ਹੈਗੀ ਆ ਕਿ ਗਰੀਬਾਂ ਨੂੰ ਜਦੋਂ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਨਾ, ਤਾਂ ਸਭ ਤੋਂ ਵੱਡਾ ਉਹਨੂੰ ਹੁੰਦਾ ਕਿ ਹੁਣ ਇਹਦਾ ਇਲਾਜ ਕਿਵੇਂ ਕਰਾਈਏ। ਉਹ ਬਹੁਤ ਵੱਡੀ ਇੱਕ ਸਾਡੇ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ, ਅਤੇ ਵਧੀਆ ਸਿਹਤ ਸਹੂਲਤ ਦੇ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਅਤੇ ਐਗਤੀ ਤੁਹਾਨੂੰ ਪਤਾ ਕਿ ਪਿਛਲੇ ਸਾਲ ਦੇ ਬਜਟ ਨਾਲੋਂ 50% ਤੋਂ ਵੀ ਵੱਧ ਜਿਹੜਾ ਬਜਟ ਹੈ ਉਹ ਅਸੀਂ ਸਿਹਤ ਦੇ ਲਈ ਰੱਖਿਆ, ਤਾਂ ਕਿ ਜਿਹੜੇ ਸਾਡੇ ਗਰੀਬ ਲੋਕ ਨੇ, ਆਮ ਲੋਕ ਨੇ, ਉਹਨਾਂ ਨੂੰ ਚੰਗੀ ਸਿਹਤ ਮਿਲੇ, ਚੰਗੀ ਸਿੱਖਿਆ ਮਿਲੇ, ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲੇ, ਅਤੇ 4 ਪੈਸੇ ਜਿਹੜੇ ਆ ਉਹਨਾਂ ਦੇ ਬਚਣ। ਇਹ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਨੇ, ਜਿਵੇਂ ਹੁਣ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਗਰੀਬ ਬੱਚੇ ਨੇ, ਜਿਹੜੇ ਕਿ ਬਹੁਤ ਬ੍ਰਿਲੀਅੰਟ ਨੇ, ਜਿਹੜੇ SC BC ਪਰਿਵਾਰਾਂ ਦੇ ਨੇ,
ਉਹ ਕਿੱਦਾਂ IAS IPS ਬਣਨ, ਉਹਨਾਂ ਨੂੰ ਇੱਕ ਟ੍ਰੇਨਿੰਗ ਦਾ ਵੀ ਜਿਹੜਾ ਹੈਗਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪਲਾਨ ਕਰ ਰਹੀ ਹੈ, ਤਾਂ ਕਿ ਸਾਡੇ ਜਿਹੜੇ ਕੱਲ੍ਹ ਨੂੰ DC ਕੋਈ ਲੱਗਿਆ ਹੋਵੇ, ਕੋਈ ਸਾਡਾ SDM ਲੱਗਿਆ ਹੋਵੇ, ਸਾਡੇ ਆਪਣੇ ਬੱਚੇ ਜਿਹੜੇ ਆ ਵੱਧ ਤੋਂ ਵੱਧ ਲੱਗਣ, ਤਾਂ ਹੀ ਜਿਹੜਾ ਹੈਗਾ ਸਾਡਾ ਸਰਬਪੱਖੀ ਵਿਕਾਸ ਹੋ ਸਕਦਾ। ਇਕੱਲੀ 4 ਕਲਾਸ ਦੀ ਨੌਕਰੀ ਦੇ ਨਾਲ ਨਹੀਂ ਸਾਡਾ ਵਿਕਾਸ ਹੋਣਾ। ਸਾਡਾ ਵਿਕਾਸ ਤਾਂ ਹੋਊਗਾ ਜੇ ਸਾਡੇ DC ਹੋਣ, ਸਾਡੇ SDM ਹੋਣ, ਸਾਡੇ ਲੀਡਰ ਹੋਣ, ਸਾਡੇ ਮਿਨਿਸਟਰ ਹੋਣ, ਤਾਂ ਇਹ ਸਰਬਪੱਖੀ ਵਿਕਾਸ ਹੋ ਸਕਦਾ। ਇਹਦੇ ਲਈ ਸਾਨੂੰ ਸਾਰਿਆਂ ਨੂੰ ਹੀ ਆਪਣੇ ਬੱਚਿਆਂ ਦੇ ਵਿੱਚ, ਆਪਣੇ ਨੌਜਵਾਨਾਂ ਦੇ ਵਿੱਚ ਚੇਤਨਾ ਜਗਾਉਣ ਦੀ ਲੋੜ ਹੈ। ਬਿਲਕੁਲ ਜੀ ਸਰ। ਜਾਂਦੇ ਜਾਂਦੇ ਨਾ ਆਪਾਂ ਜਿਹੜੇ ਇੱਕ ਦੋ ਜਿਹੜੇ ਸਵਾਲ ਨੇ ਇਹ ਨੇ ਨਾ, ਪਿੱਛੇ ਜੇ ਬਾਜਵਾ ਸਾਹਿਬ ਨੇ ਇੱਕ ਜਿਹੜਾ ਸੀਗਾ ਕਮੈਂਟ ਹਨਾ ਕੀਤਾ ਸੀ ਵੀ ਹੁਣ ਤਾਂ ਉਹ ਲੋਕਾਂ ਨੂੰ ਵੀ ਨੁਮਾਇੰਦਗੀ ਆ ਜਿਹੜੀ ਦੇਤੀ ਵੀ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀਗਾ, ਵੀ ਬਹੁਤ ਤਾਂ ਇੱਕ ਦੂਜੇ ਨੂੰ ਨਹੀਂ ਜਾਣਦੇ। ਈਵਨ ਉਹਨਾਂ ਨੇ ਇੱਕ ਵਰਡ ਆ ਜਿਹੜਾ ਟਿਪੀਕਲ ਵਰਡ ਜਿਹੜਾ ਯੂਜ਼ ਕਰਕੇ ਇਹ ਗੱਲ ਕਹੀ ਸੀਗੀ ਵੀ ਹੁਣ ਤਾਂ ਜਿਹੜੇ ਮੋਬਾਈਲ ਚਾਰਜਰ ਵਾਲੇ ਨੇ ਨਾ, ਵੀ ਉਹ ਵੀ ਲੋਕ ਨੇ ਜਿਹੜੇ MLA ਨੇ ਜਿਹੜੇ ਉਹ ਵੀ ਬਣਾਤੇ। ਉਹਨਾਂ ਦਾ ਜਿਹੜੀ ਇਹ ਗੱਲ ਕਹਿਣ ਦਾ ਕੀ ਅਰਥ ਸੀ, ਤੁਸੀਂ ਕਿਹੜੇ ਸੰਦਰਭ ਵਿੱਚ ਦੇਖਦੇ ਹੋ ਜੀ? ਦੇਖੋ, ਜਿਹੜੇ ਪੈਸੇ ਵਾਲੇ ਵੱਡੇ ਵੱਡੇ ਲੀਡਰ ਜਿਨ੍ਹਾਂ ਨੇ ਹੁਣ ਤੱਕ ਮਾਣੀਆਂ ਨੇ, ਸੱਤਾ ਦਾ ਸੁੱਖ ਮਾਣਿਆ, ਜਿਨ੍ਹਾਂ ਦੇ ਕੋਲ ਕਰੋੜਾਂ ਰੁਪਈਆ, ਮੈਨੂੰ ਲੱਗਦਾ 3-4 ਕਰੋੜ ਰੁਪਏ ਦੀਆਂ ਗੱਡੀ ਦੇ ਵਿੱਚ ਬਾਜਵਾ ਆਉਂਦਾ, ਤੇ ਇਹ ਲੋਕ ਕਦੇ ਵੀ ਹਜਮ ਨਹੀਂ ਕਰਦੇ ਕਿ ਇੱਕ ਆਮ ਘਰ ਦੇ ਗਰੀਬ ਸਧਾਰਨ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਉਹ ਕੋਈ MLA ਬਣਨ, ਉਹਨਾਂ ਦੇ ਬਰਾਬਰ ਕੁਰਸੀਆਂ 'ਤੇ ਬਹਿਣ, ਕਿਉਂਕਿ ਇਹਨਾਂ ਦੀ ਇਹੀ ਸੋਚ ਹੈ, ਇਹਨਾਂ ਦੀ ਮਾਨਸਿਕਤਾ ਹੈ, ਇਹਦਾ ਕਸੂਰ ਨਹੀਂ ਹੈ। ਤੁਸੀਂ ਦੇਖੋਗੇ ਇਹ ਵੀ ਕਾਂਗਰਸ ਦੇ ਵਿੱਚ ਸੀ, ਜੋ ਚੰਨੀ ਮੁੱਖ ਮੰਤਰੀ ਬਣਾਇਆ ਸੀ ਤਾਂ ਇਹ ਵੀ ਕਾਂਗਰਸ 'ਚ ਸੀ, ਤਾਂ ਇਹਦੇ ਵੱਲੋਂ ਚੰਨੀ ਦੇ ਲਈ ਕਿੰਨਾ ਭੈੜਾ ਸ਼ਬਦ ਵਰਤਿਆ ਗਿਆ ਸੀ। ਬਿਲਕੁਲ ਜੀ। ਹੈ ਨਾ, ਇਹ ਇਹਨਾਂ ਦੀ ਮਾਨਸਿਕਤਾ ਹੀ ਇਹ ਆ। ਇਹਨਾਂ ਦੀ ਮਾਨਸਿਕਤਾ ਇਹ ਨਹੀਂ ਕਿ ਅਸੀਂ ਵਿਰੋਧੀ ਪਾਰਟੀ ਦੇ ਵਿੱਚ ਆ ਤਾਂ ਬਣ ਗਏ ਤੇ ਸਾਡੇ ਲਈ ਬੋਲਦੇ ਨੇ, ਨਾ। ਜੇ ਇਹਨਾਂ ਦੀ ਪਾਰਟੀ ਦਾ ਵੀ ਕੋਈ ਗਰੀਬ ਘਰ ਦਾ ਬੱਚਾ ਬਣ ਜੂਗਾ ਨਾ, ਉਹਦੇ ਲਈ ਵੀ ਇਹਨਾਂ ਦੀ ਸੋਚ ਉਹੀ ਹੈ। ਤੇ ਇਹ ਜਿਹੜੇ ਲੋਕ ਨੇ, ਇਦਾਂ ਦੇ ਲੋਕ ਜਿਹੜੇ ਆ, ਇਹਨਾਂ ਦੀ ਬਿਰਤੀ ਕੁੱਤਿਆਂ ਵਾਲੀ ਹੈ। ਇਹ ਬੰਦੇ ਕੁੱਤੇ ਕਹਿੰਦੇ ਨੇ, ਬੰਦਿਆ ਬੰਦਾ ਬਣ, ਹੈ ਨਾ, ਤਾਈਓ ਕਹਿੰਦੇ ਆ ਵੀ ਬੰਦਾ ਨਹੀਂ ਬਣ ਸਕਿਆ। ਬੰਦਾ ਜਿਹੜਾ ਹੈਗਾ, ਇੱਦਾਂ ਦੇ ਜਿਹੜੇ ਕੁੱਤੇ ਬੰਦੇ ਆ, ਇਹਨਾਂ ਦੇ ਵੱਲ ਮੈਂ ਨੌਜਵਾਨਾਂ ਨੂੰ ਕਹਿਣਾ ਕਿ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ। ਇਹਨਾਂ ਦੀ ਬਿਰਤੀ ਕੁੱਤਿਆਂ ਵਾਲੀ ਆ। ਸੋ ਅੱਜ ਪੰਜਾਬ ਦੇ ਲੋਕਾਂ ਨੂੰ ਤਾਂ ਮੈਂ ਸ਼ਾਬਾਸ਼ ਇਹ ਕਹਿਣਾ ਕਿ ਇੱਦਾਂ ਦੇ ਲੋਕਾਂ ਨੂੰ ਵੀ ਭੌਂਕਣ ਲਾਤਾ, ਜਿਹੜੇ ਕਿ ਘਰਾਂ ਦੇ ਵਿੱਚ ਬੈਠੇ ਸੀ, ਜਿਹੜੇ ਕਿ ਚੁੱਪ-ਚਾਪ ਹੱਡੀ ਚੂਸਦੇ ਸੀ, ਅੱਜ ਉਹ ਬਾਹਰ ਨਿਕਲ ਕੇ ਭੌਂਕਦੇ ਨੇ ਕਿ ਸਾਡੇ ਇੱਥੇ ਹੋਰ ਕੌਣ ਆ ਗਏ। ਤੇ ਅੱਜ ਪੰਜਾਬ ਦੇ ਲੋਕ ਦੇ ਵਿੱਚ ਮੈਂ ਸ਼ਾਬਾਸ਼ ਇਹ ਕਹਾਂਗਾ ਕਿ ਉਹਨਾਂ ਨੇ ਇੱਕ ਗਰੀਬ ਪਰਿਵਾਰਾਂ ਨੂੰ ਇੱਕ ਰਾਜਨੀਤੀ ਦੇ ਵਿੱਚ ਇੱਕ ਨਵੀਂ ਚੇਤਨਤਾ ਲੈ ਕੇ ਆਂਦੀ ਹੈ, ਇੱਕ ਨਵਾਂ ਰੈਵੂਲੇਸ਼ਨ ਲੈ ਕੇ ਆਂਦਾ। ਜਿਹੜੇ ਕਦੇ ਸੋਚ ਹੀ ਨਹੀਂ ਸੀ ਸਕਦੇ ਕਿ ਉਹ MLA ਬਣਨਗੇ, ਉਹਨਾਂ ਨੂੰ ਵੀ MLA ਬਣਾਇਆ। ਤੇ ਇੱਕ ਨਵੇਂ ਨੌਜਵਾਨਾਂ ਦੇ ਲਈ ਮੈਂ ਕਹਿੰਦਾ ਕਿ ਇੱਕ ਉਤਸ਼ਾਹ ਵਾਲੀ ਗੱਲ ਹੈ ਕਿ ਉਹ ਵੀ, ਜੇ ਅੱਜ ਅਸੀਂ ਬਣ ਸਕਦੇ ਹਾਂ, ਜੇ ਕਿ ਮਨਵਿੰਦਰ ਸਿੰਘ ਗਿਆਸਪੁਰਾ MLA ਬਣ ਸਕਦਾ ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ? ਸਾਰੇ ਬਣ ਸਕਦੇ ਆ। ਸਿਰਫ ਮਿਹਨਤ ਦੀ ਲੋੜ ਹੈ, ਲੋਕਾਂ ਦੇ ਨਾਲ ਰਾਬਤਾ ਕਰਨ ਦੀ ਲੋੜ ਹੈ, ਇੱਕ ਇਮਾਨਦਾਰੀ ਦੀ ਲੋੜ ਹੈ। ਤੇ ਮੇਰੀ ਤਾਂ ਇਹੀ ਹੈਗੀ ਆ, ਪੰਜਾਬ ਦੇ ਲੋਕਾਂ ਨੂੰ ਧੰਨਵਾਦ ਹੈ ਤੇ ਸਾਡੇ ਤੇ ਵੀ ਜ਼ਿੰਮੇਵਾਰੀਆਂ ਨੇ ਕਿ ਜਿਹੜੀਆਂ ਜ਼ਿੰਮੇਵਾਰੀਆਂ ਸਾਨੂੰ ਲੋਕਾਂ ਨੇ ਬਖਸ਼ੀਆਂ ਨੇ, ਉਹਨਾਂ ਤੇ ਅਸੀਂ ਖਰਾ ਉਤਰੀਏ। ਤੇ ਪੰਜਾਬ ਦੇ ਲੋਕ ਇੱਦਾਂ ਦੇ ਜਿਹੜੇ ਮੂੰਹ ਫੱਟ ਲੋਕ ਨੇ, ਇਹਨਾਂ ਨੂੰ ਜ਼ਰੂਰ ਜਵਾਬ ਦੇਣਗੇ। ਉਹ ਜਵਾਬ ਕਿਵੇਂ ਦਿੱਤਾ ਜਾਂਦਾ? ਵੋਟਾਂ ਦੇ ਵਿੱਚ। ਇਹ ਤੁਹਾਨੂੰ ਪਤਾ ਵੀ ਇਹ ਤਾਂ ਖਤਮ ਹੋ ਗਏ ਨੇ ਅੱਜ ਪੰਜਾਬ ਦੇ ਵਿੱਚ। ਬਿਲਕੁਲ। ਅੱਛਾ, ਤੇ ਸਰ ਜਾਂਦੇ ਜਾਂਦੇ ਜਿਹੜੇ ਆਪਣੇ ਇਲਾਕੇ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼ ਆ ਜਿਹੜਾ ਤੁਸੀਂ ਹੈ ਨਾ ਦੇਣਾ ਚਾਹੋ? ਮੇਰਾ ਤਾਂ ਇਹੀ ਆ ਕਿ ਅਸੀਂ ਪੰਜਾਬ ਦੀ ਉੱਨਤੀ ਦੇ ਲਈ, ਤਰੱਕੀ ਦੇ ਲਈ ਲਗਾਤਾਰ ਲੱਗੇ ਹੋਏ ਹਾਂ। ਹੋ ਸਕਦਾ ਕਿ ਸਾਨੂੰ ਬਹੁਤਾ ਐਕਸਪੀਰੀਅੰਸ ਨਾ ਹੋਵੇ, ਹੋ ਸਕਦਾ ਸਾਡੇ ਤੋਂ ਕੁਝ ਗਲਤੀਆਂ ਹੋ ਜਾਣ, ਅਸੀਂ ਉਹਨਾਂ ਦੇ ਲਈ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਮੰਗਦੇ ਹਾਂ। ਪਰ ਸਾਡੀ ਇਮਾਨਦਾਰੀ ਦੇ ਵਿੱਚ, ਸਾਡੀ ਮਿਹਨਤ ਦੇ ਵਿੱਚ, ਸਾਡੀ ਦਿਆਨਤਦਾਰੀ ਦੇ ਵਿੱਚ ਕੋਈ ਕਮੀ ਨਹੀਂ ਤੁਹਾਨੂੰ ਮਿਲੂਗੀ। ਅਸੀਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਲੱਗੇ ਰਹਾਂਗੇ। ਲੋਕਾਂ ਨੂੰ, ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਪੜ੍ਹਨ, ਵੱਧ ਤੋਂ ਵੱਧ ਉਹ ਆਪਣੇ ਧਰਮ ਦੇ ਨਾਲ ਜੁੜਨ, ਜਿਹੜੇ ਵੀ ਧਰਮ ਨੂੰ ਮੰਨਦੇ ਆ। ਕਿਉਂਕਿ ਜੇ ਤੁਸੀਂ ਧਰਮ ਨਾਲ ਜੁੜਦੇ ਹੋ ਤਾਂ ਇੱਕ ਜਿਹੜੀ ਨਸ਼ਿਆਂ ਦੀ ਅਲਾਮਤ ਹੈ, ਉਹਦੇ ਤੋਂ ਵੀ ਕਿਤੇ ਨਾ ਕਿਤੇ ਤੁਸੀਂ ਦੂਰ ਰਹਿ ਸਕਦੇ ਹੋ। ਸੋ ਮੇਰੀ ਸਾਰੇ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹ ਸਨ ਮਨਵਿੰਦਰ ਸਿੰਘ ਗਿਆਸਪੁਰਾ ਜੀ। ਇਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਬਹੁਤ ਜਿਹੜੇ ਨੇਗੇ ਕੰਮ ਨੇ ਜਿਹੜੇ ਉਹਨਾਂ ਬਾਰੇ ਚਰਚਾ ਕੀਤੀ ਜਾ ਸਕਦੀ, ਇਹਨਾਂ ਦੇ ਕੰਮਾਂ ਬਾਰੇ। ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਜਿਹੜਾ ਸਫ਼ਰ ਆ ਉਹ ਬਹੁਤ ਆ ਜਿਹੜਾ ਲੰਮਾ ਰਿਹਾ, ਸੰਘਰਸ਼ਮਈ ਰਿਹਾ। ਸਰ ਤੁਸੀਂ ਸਾਡੇ ਚੈਨਲ ਲਈ ਤੇ ਸਾਡੇ ਲਈ ਜਿਹੜਾ ਨਾ ਆਪਦਾ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਸਾਨੂੰ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਆ ਜਿਹੜਾ ਜੀ ਧੰਨਵਾਦ ਜੀ। ਥੈਂਕ ਯੂ ਜੀ।
ਤੇ ਇਹ ਸਨ ਮਨਵਿੰਦਰ ਸਿੰਘ ਗਿਆਸਪੁਰਾ ਜੀ। ਅਗਲੇ ਹਫ਼ਤੇ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਆਪ ਜੀ ਦੇ ਅਸੀਂ ਫਿਰ ਤੋਂ ਰੂਬਰੂ ਹੋਵਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।